आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਛੇ ਕੇਤਕ ਦਿਵਸ ਬਿਤਾਏ, ਸੰਗਤ ਸਦਾ ਆਏ ਇਕ ਜਾਏ। ਕਰਤ ਅਨੇਕ ਨ ਕੋ ਕਲਿਆਣ, ਕਿਸ ਦੇ ਭਗਤ ਕਿਸੀ ਬ੍ਰਹਮ ਗਿਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ, ਬਹੁ ਪਰਉਪਕਾਰੀ ਸਤਿਗੁਰਾਂ ਦੀ ਪਾਵਨ ਲੜੀਵਾਰ ਕਥਾ ਸਰਵਣ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਪੂਜਨੀਕ ਮਾਤਾ ਜੀ ਮਾਤਾ ਗੰਗਾ ਜੀ ਦੇ ਸੱਚਖੰਡ ਗਮਨ ਦੀ ਕਥਾ ਸਰਵਣ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਬੀੜ ਸਾਹਿਬ ਚਲੇ ਗਏ ਹਨ। ਮਹਾਰਾਜ ਅੰਮ੍ਰਿਤਸਰ ਸਾਹਿਬ ਵਿੱਚ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਆਓ ਇਸ ਲੜੀ ਨਾਲ ਜੁੜ ਜਾਈਏ, ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਛੇ ਕੇਤਕ ਦਿਵਸ ਬਿਤਾਏ, ਮਹਾਰਾਜ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਵਿੱਚ ਕਈ ਦਿਨ ਬਤੀਤ ਕੀਤੇ, ਕੁਝ ਸਮਾਂ ਹੋਰ ਲੰਘਿਆ ਹੈ। ਸੰਗਤ ਸਦਾ ਆਏ ਇਕ ਜਾਏ। ਹਮੇਸ਼ਾ ਹੀ ਰੋਜ਼ ਹੀ ਗੁਰੂ ਦੀਆਂ ਸੰਗਤਾਂ ਆਉਂਦੀਆਂ ਜਾਂਦੀਆਂ, ਜਥਿਆਂ ਦੇ ਜਥੇ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਬਿਲਾਸ ਸਰਵਣ ਕਰਦੀਆਂ, ਸੇਵਾ ਸਿਮਰਨ ਨਾਲ ਜੁੜੀਆਂ ਹੋਈਆਂ ਹਨ। ਕਰਤ ਅਨੇਕ ਨ ਕੋ ਕਲਿਆਣ, ਮਹਾਰਾਜ ਜੀ ਅਨੇਕਾਂ ਹੀ ਸੰਗਤਾਂ ਦਾ ਭਲਾ ਕਰ ਰਹੇ ਨੇ। ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ, ਸਾਰੀ ਦੁਨੀਆ ਦਾ ਹੀ ਭਲਾ ਕਰਦੇ। ਹਿੰਦੂ ਮੁਸਲਮਾਨ ਕੋਈ ਵੀ ਇਨਸਾਨ ਕਿਸੇ ਧਰਮ ਕਿਸੇ ਜਾਤੀ ਮਜ਼ਹਬ ਕੌਮ ਦਾ ਆ ਜਾਵੇ, ਗੁਰੂ ਸਾਹਿਬ ਸਭ ਦਾ ਭਲਾ ਕਰਦੇ ਹਨ। ਕਿਸ ਦੇ ਭਗਤ ਕਿਸੀ ਬ੍ਰਹਮ ਗਿਆਨ, ਕਿਸੇ ਨੂੰ ਭਗਤੀ ਦਿੰਦੇ ਆ ਤੇ ਕਿਸੇ ਨੂੰ ਬ੍ਰਹਮ ਗਿਆਨ ਦਿੰਦੇ। ਜਿਹੋ ਜਿਹੀ ਅਵਸਥਾ ਹੁੰਦੀ ਨਾ, ਕੱਲ ਵੀ ਇਹ ਬਚਨ ਆਇਆ ਸੀ ਵੀ ਸਿੱਖ ਦੀ ਅਵਸਥਾ ਵੇਖ ਕੇ ਮਹਾਰਾਜ ਦਾਤ ਬਖਸ਼ਦੇ। ਜਿਹੜਾ ਪਹਿਲੀ ਕਲਾਸ ਵਿੱਚ ਬਿਲਕੁਲ ਹੀ ਪਹਿਲੀ ਵਾਰੀ ਆਉਂਦਾ ਉਹਨੂੰ ਸੇਵਾ ਤੇ ਲਾਉਂਦੇ ਆ, ਉਹਨੂੰ ਸ਼ੁਭ ਰਹਿਤ ਮਰਜ਼ਾਦਾ ਜੀਵਨ ਦੀ ਜਾਚ ਦੱਸਦੇ ਆ। ਫਿਰ ਉਸ ਤੋਂ ਬਾਅਦ ਜਦੋਂ ਰੰਗ ਲੱਗੀ ਜਾਂਦਾ, ਫਿਰ ਉਹਨੂੰ ਭਗਤੀ ਦਾ, ਪਰਮੇਸ਼ਰ ਨਾਲ ਪ੍ਰੇਮ ਪੈਦਾ ਹੋ ਜਾਂਦਾ, ਫਿਰ ਭਗਤੀ ਦਾ ਵਾਲਾ ਹੁੰਦਾ। ਜਿਹੜਾ ਭਗਤੀ 'ਚ ਪੂਰਨ ਹੋ ਜਾਵੇ ਉਹਨੂੰ ਆਤਮ ਸਰੂਪ ਦਾ ਗਿਆਨ ਕਰਾ ਕੇ, ਸਾਖਸ਼ਾਤਕਾਰ ਕਰਾ ਕੇ ਬ੍ਰਹਮ ਨਾਲ ਅਭੇਦ ਕਰ ਦਿੰਦੇ ਹਨ। ਕਿਸ ਕੀ ਕਰਹਿ ਕਾਮਨਾ ਪੂਰੀ, ਜਿਹੜੇ ਦੁਨਿਆਵੀ ਕਈ ਤਰ੍ਹਾਂ ਦੇ ਭਗਤ ਹੁੰਦੇ ਆ ਸਾਧ ਸੰਗਤ ਜੀ, ਇੱਕ ਨਿਸ਼ਕਾਮ ਹੁੰਦੇ, ਇੱਕ ਸਾਕਾਮ ਹੁੰਦੇ। ਜਿਹੜੇ ਕਾਮਨਾ ਵਾਲੇ ਉਹਨਾਂ ਦੀ ਮਹਾਰਾਜ ਕਾਮਨਾ ਪੂਰੀ ਕਰਦੇ ਹਨ। ਸੁਤ ਬਿਤ ਆਦ ਜੇ ਕਰ ਉਰ ਰੂਰੀ, ਜਿਹੜੇ ਪੁੱਤਰ ਚਾਹੁੰਦੇ ਉਹਨਾਂ ਨੂੰ ਮਹਾਰਾਜ ਦੇ ਘਰ ਤੋਂ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਹਨ। ਜਿਹੜੇ ਸੁੱਖ ਧਨ ਪਦਾਰਥ ਮਾਇਆ ਪਦਾਰਥ ਚਾਹੁੰਦੇ ਉਹਨਾਂ ਨੂੰ ਉਹ ਦਾਤਾਂ ਮਿਲਦੀਆਂ ਹਨ। ਆਯੁਧ ਵਿਦਿਆ ਬਹੁ ਅਭਿਆਸੇ, ਤੇ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਜੀ ਸ਼ਸਤਰ ਵਿਦਿਆ ਦਾ ਬੜਾ ਅਭਿਆਸ ਕਰਦੇ। ਸ਼ਸਤਰ ਵਿਦਿਆ ਦੇ ਬੜੇ ਧਨੀ ਹਨ ਗੁਰੂ ਜੀ। ਕਰਹਿ ਸੁਭਟ ਗੁਰ ਭਿਖੈ ਤਮਾਸ਼ੇ, ਮਹਾਰਾਜ ਦੇ ਸਾਹਮਣੇ ਜੋਧੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ। ਭਾਈ ਬਿਧੀ ਚੰਦ ਜੀ ਵਰਗੇ, ਭਾਈ ਜੇਠਾ ਜੀ ਵਰਗੇ, ਪੈਂਦੇ ਖਾਨ ਵਰਗੇ, ਹੋਰ ਬੜੇ ਬੜੇ ਗੱਭਰੂ ਨੌਜਵਾਨ ਸ਼ਸਤਰ ਵਿਦਿਆ ਦੇ ਅਭਿਆਸੀ, ਭਾਈ ਜੱਟੂ, ਭਾਈ ਭਾਨੂ ਵਰਗੇ, ਭਾਈ ਲੱਖੂ ਵਰਗੇ, ਉਹ ਮਹਾਂਵਰਥੀ ਮਹਾਂਸੂਰਬੀਰ ਯੋਧੇ ਅਭਿਆਸ ਕਰਦੇ ਨੇ। ਤੇ ਮਹਾਰਾਜ ਉਹਨਾਂ ਯੋਧਿਆਂ ਦਾ ਸ਼ਸਤਰ ਵਿਦਿਆ ਦਾ ਅਭਿਆਸ ਦੇਖਦੇ ਨੇ। ਪੈਂਦੇ ਖਾਨ ਵੀਰ ਬਰ ਹੋਵਾ, ਇਹਨਾਂ ਸਾਰਿਆਂ ਵਿੱਚੋਂ ਪੈਂਦੇ ਖਾਨ ਸਿਰ ਕੱਢਦਾ ਹੈ। ਸਾਰਿਆਂ ਤੋਂ ਯੋਧਾ ਪੈਂਦੇ ਖਾਨ ਹੈ ਗੁਰੂ ਸਾਹਿਬ ਦੀ ਫੌਜ ਦਾ।
ਜਿਹਦੇ ਸਮਾਨ ਸੰਸਾਰ ਦੇ ਵਿੱਚ ਕਹਿੰਦੇ ਕੱਦ ਕਾਠ ਬਲ ਸ਼ਕਤੀ ਹੋਰ ਕਿਸੇ ਵਿੱਚ ਉਸ ਵੇਲੇ ਨਹੀਂ ਸੀ। ਦੂਰੋਂ ਦੂਰ ਦੁਨੀਆ ਦੇਖਣ ਆਉਂਦੀ ਸੀ ਪੈਂਦੇ ਖਾਂ ਨੂੰ, ਕਹਿੰਦੇ ਵੀ ਚਲੋ, ਕਹਿੰਦੇ ਪੰਜਾਬ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਜਵਾਨ ਪਾਲਿਆ, ਉਹਦੇ ਦਰਸ਼ਨ ਕਰੀਏ। ਇਹੋ ਜਿਹਾ ਸੂਰਮਾ, ਇਹੋ ਜਿਹਾ ਬਲੀ ਯੋਧਾ ਮਾਂ ਨੇ ਨਹੀਂ ਜੰਮਣਾ। 7 ਫੁੱਟ ਤੋਂ ਉੱਚਾ ਕੱਦ, ਚੌੜੀ ਛਾਤੀ, ਹਾਥੀ ਦੀ ਸੁੰਡ ਵਰਗੀਆਂ ਲੰਮੀਆਂ ਬਾਹਾਂ, ਕਸਰਤ ਕਰ ਕਰਕੇ 9 ਮਣ ਦੀ ਮੂੰਗਲੀ ਸਿਰ ਤੋਂ ਘੁਮਾਉਂਦਾ ਸੀ। 9 ਮਣ ਦੀ 9 ਮਣ ਦੀ ਮੂੰਗਲੀ ਖੱਬੇ ਹੱਥ ਵਿੱਚ ਤੇ 9 ਮਣ ਦੀ ਸੱਜੇ ਹੱਥ ਵਿੱਚ, ਤੇ ਇੱਦਾਂ ਬਾਲੇ ਕੱਢੀ ਜਾਂਦਾ ਸੀ। ਤੇ ਫਿਰ ਜਦੋਂ ਉਹ ਇੱਦਾਂ ਘੁਮਾਉਣ ਲੱਗ ਪਿਆ, ਫਿਰ ਉਹਦੇ ਡੋਲਿਆਂ ਦੇ ਨਾਲ ਰੇਤ ਦੇ ਘੜੇ ਭਰ ਕੇ ਟੰਗ ਦਿੰਦੇ ਸੀ। ਉਹ ਦੋਵੇਂ ਘੜੇ ਇੱਦਾਂ ਲਟਕਦੇ, ਉਹ ਫਿਰ ਘੁਮਾਈ ਜਾਣਾ ਉੱਤੇ। ਫਿਰ 2 ਝੋਟਿਆਂ ਦੀ ਟੱਕਰ ਕਰਾ ਦੇਣੀ ਜ਼ੋਰ ਨਾਲ, ਤੇ ਪੈਂਦੇ ਖਾਂ ਨੇ ਦੋਵਾਂ ਦੇ ਸਿੰਘਾਂ ਨੂੰ ਫੜ ਕੇ ਇੱਕ ਨੂੰ ਇੱਧਰ ਧੱਕ ਦੇਣਾ, ਇੱਕ ਨੂੰ ਇੱਧਰ, ਤੇ ਉਹ ਮੁੜ ਕੇ ਉੱਧਰ ਆ ਨਹੀਂ ਸੀ ਸਕਦੇ। ਐਡਾ ਜਵਾਨ ਬਲੀ ਪੈਂਦੇ ਖਾਂ ਮਹਾਰਾਜ ਨੇ ਪਾਲਿਆ। 2 ਮੱਝਾਂ ਦਾ ਦੁੱਧ ਤੇ 1 ਬੱਕਰਾ ਰੋਜ਼ ਦੀ ਖੁਰਾਕ ਸੀ ਪੈਂਦੇ ਖਾਂ ਦੀ। ਐਡਾ ਸੂਰਮਾ ਸੀ। ਜਿਸ ਕੀ ਸਮ ਕੋ ਦੁਤੀ ਨਾ ਜੋਵਾ, ਕਹਿੰਦੇ ਉਹਦੇ ਸਮਾਨ ਕੋਈ ਸੂਰਮਾ, ਕੋਈ ਯੋਧਾ ਬਲੀ ਨਹੀਂ ਉਸ ਵੇਲੇ ਸੰਸਾਰ ਵਿੱਚ। ਸਿਪਰ ਖੜਗ ਕੇ ਦਾਵ ਕਰਨ ਤੇ, ਹੋਰ ਵੀ ਬੜੇ ਸੂਰਮੇ ਸਿੱਖ ਮਹਾਰਾਜ ਦੀ ਫੌਜ ਵਿੱਚ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ। ਢਾਲ ਤਲਵਾਰ ਦਾ, ਨੇਜਾਬਾਜੀ, ਘੋੜਸਵਾਰੀ, ਤੀਰਅੰਦਾਜ਼ੀ, ਜਿੰਨੇ ਵੀ ਸ਼ਸਤਰ ਨੇ ਸਾਰੇ ਸ਼ਸਤਰ ਚਲਾਉਂਦੇ ਨੇ। ਧਨਖ ਨਿਠੁਰ 9 ਟੰਕ ਖਿਚੰਤੇ, ਤੇ 9 ਟੰਕਾ ਧਨਸ ਮਹਾਰਾਜ 6ਵੇਂ ਪਾਤਸ਼ਾਹ ਚਲਾਉਂਦੇ। 9 ਟੰਕਾ, ਇੱਕ ਟੰਕ 25 ਸੇਰ ਦਾ ਹੁੰਦਾ ਜੇ। 9 ਦਾ ਮਤਲਬ ਹੈ ਵੀ 2.25 ਕੁਆਂਟਲ ਭਾਰ ਪਾਓ ਤੇ ਉਹ ਕਮਾਨ ਜਿਹੜਾ ਮਾੜਾ ਜਿਹਾ ਲਿਫੇਗਾ। ਗੁਰੂ ਸਾਹਿਬ ਉਹਦੇ ਬਾਲੇ ਕੱਢ ਦਿੰਦੇ ਸੀ, ਕੰਨਾਂ ਦਾ ਖਿੱਚ ਕੇ ਤੀਰ ਮਾਰਦੇ ਸੀ ਉਹਦੇ ਨਾਲ। 9 ਟੰਕਾ ਧਨੁਸ਼, ਇਹਦਾ ਮਤਲਬ ਇਹ ਨਹੀਂ ਵੀ 2.25 ਕੁਆਂਟਲ ਉਹਦਾ ਭਾਰ ਸੀ, ਨਹੀਂ, ਉਹਦੀ ਤੜ ਸੀਗੀ, ਉਹਦੀ ਤਾਕਤ ਸੀ। ਜਿਵੇਂ ਅੱਜ ਕੱਲ੍ਹ ਇੱਥੇ ਤੀਰ ਕਮਾਨ ਮਿਲਦੇ ਨਾ ਗੋਰਿਆਂ ਨੇ ਬਣਾਏ ਹੋਏ, ਉਹਦੇ ਉੱਤੇ ਲਿਖਿਆ ਹੁੰਦਾ ਵੀ ਇੰਨੇ ਪਾਉਂਡ, 50 ਪਾਉਂਡ, 60 ਪਾਉਂਡ, 70 ਪਾਉਂਡ, 100 ਪਾਉਂਡ, 200 ਪਾਉਂਡ, 250 ਪਾਉਂਡ। ਅੱਜ ਇੱਥੇ ਵੀ ਨੇ। ਉਹ ਜਿੰਨੇ ਜ਼ਿਆਦਾ ਉਨੀ ਤਾਕਤ ਜ਼ਿਆਦਾ ਲੱਗਦੀ, ਖਿੱਚਣ ਲੱਗਿਆ ਜ਼ੋਰ ਲੱਗਦਾ। ਮਹਾਰਾਜ 6ਵੇਂ ਪਾਤਸ਼ਾਹ ਦਾ 9 ਟੰਕਾ ਸੀਗਾ, ਜਿਹਨੂੰ ਕੋਈ ਹਿੰਦੁਸਤਾਨ ਵਿੱਚ ਉਸ ਵੇਲੇ ਖਿੱਚ ਨਹੀਂ ਸੀ ਸਕਦਾ, ਉਹਦੇ 'ਤੇ ਚਿੱਲਾ ਨਹੀਂ ਸੀ ਚਾੜ ਸਕਦਾ। ਸਤਿਗੁਰੂ ਆਪ ਉਹਦੇ ਨਾਲ ਰੋਜ਼ ਤੀਰ ਚਲਾਉਂਦੇ ਹਨ। ਖਪਰੇ ਮਹਾ ਫੁਲਾਦੀ ਤੀਖਨ, ਫੁਲਾਦ ਦੇ ਬਣੇ ਹੋਏ ਖੱਪਰੇ। ਫੁਲਾਦ ਇੱਕ ਲੋਹਾ ਹੁੰਦਾ, ਬਹੁਤ ਹੀ ਕਈ ਮਣ ਲੋਹੇ ਵਿੱਚੋਂ ਪਾਈਆ ਕੁ ਲੋਹਾ ਕੱਢੀਏ ਤੇ ਫੁਲਾਦ ਬਣਦਾ। ਜਿਵੇਂ ਕਹਿੰਦੇ ਨਾ ਵੀ ਦਹੀਂ ਦੇ ਵਿੱਚੋਂ ਮੱਖਣ ਕੱਢ ਲਈਏ, ਲੋਹੇ ਦੇ ਵਿੱਚੋਂ ਕੁੱਟ-ਕੁੱਟ ਕੇ ਲੋਹਾ ਕੱਢਦੇ, ਉਹਨੂੰ ਫੁਲਾਦ ਬਹੁਤ ਘੱਟ ਮਿਲਦਾ ਉਹ, ਤੇ ਉਹਦੇ ਜੌਹਰ ਨਿਕਲਦੇ। ਤਲਵਾਰਾਂ ਫੁਲਾਦੀ ਮਿਲਦੀਆਂ ਤੇ ਉਹਦੇ ਵਿੱਚੋਂ ਜੌਹਰ ਨਿਕਲਦੇ ਆ ਵੱਖਰੇ ਵੱਖਰੇ, ਇੱਦਾਂ ਤੁਰਦੇ ਆ ਲੋਹੇ ਦੇ ਵਿੱਚ। ਉਹ ਫੁਲਾਦੀ ਮਹਾਰਾਜ ਸੱਚੇ ਪਾਤਸ਼ਾਹ 4-4 ਉਂਗਲ ਚੌੜੇ ਖੱਪਰੇ ਕਢਾਉਂਦੇ। ਖੱਪਰਾ ਉਸ ਤੀਰ ਨੂੰ ਕਹਿੰਦੇ ਜਿਹੜਾ 4 ਉਂਗਲ ਚੌੜਾ ਹੁੰਦਾ। ਉਹ ਤਿੱਖੇ ਤੀਰ ਮਹਾਰਾਜ ਜੀ ਬਣਵਾਉਂਦੇ ਹਨ। ਗੁਰੂ ਘਰਾਵਹਿ ਕਹਿ ਕਹਿ ਭੀਖਨ, ਬੜੇ ਭਿਆਨਕ ਤੀਰ, ਕਈ ਕਿਸਮ ਦੇ ਤੀਰ, ਬਦਾਮਚਾ, ਮੀਨ ਮੁਖਾ, ਨੋਲੂ, ਬਰੀਚ ਲੋਡਰ, ਮੀਨ ਮੁਖਾ, ਇਹ ਕਈ ਕਿਸਮ ਦੇ ਤੀਰ ਗੁਰੂ ਸਾਹਿਬ ਕਢਾਉਂਦੇ ਹਨ। 4-4 ਉਂਗਲ ਚੌੜਾ ਕਰ, 4-4 ਉਂਗਲ ਚੌੜੇ। ਕਾਰੀਗਰ ਨੂੰ ਕਹਿੰਦੇ ਐਡਾ ਚੌੜਾ ਖੱਪਰਾ ਹੋਣਾ ਚਾਹੀਦਾ। ਇਹੋ ਜਿਹੇ ਤੀਰ ਮਹਾਰਾਜ ਤਿਆਰ ਕਰਦੇ ਜਿਹੜਾ ਕਿਸੇ ਕੋਲੋਂ ਚਲਾਏ ਨਾ ਜਾ ਸਕਣ। ਹਾਂਜੀ। ਕਾਨੀ ਪੁਸ਼ਟਕਾ ਮੱਧ ਬੀਚ ਧਰ, ਉਹਦੇ ਪਿੱਛੇ ਕਾਨੀ ਜਿਹੜੀ ਹੈ ਨਾ, ਕਾਨਾ, ਉਹਦੀ ਕਾਨੀ ਵੀ ਮੋਟੀ, ਮਾੜੀ ਮੋਟੀ ਕਾਨੀ ਨਹੀਂ, ਭਾਰੀ ਜੰਗੀ ਕਾਨੀ, ਬਾਂਸ ਦੀ ਕਾਨੀ ਉਹ ਲਾਉਂਦੇ ਆ ਵੀ ਜਿਹਦੀ ਮਾਰ ਬਹੁਤ ਦੂਰ ਤੱਕ ਜਾਂਦੀ, ਪਰ ਉਹਨੂੰ ਚਲਾਉਣਾ ਔਖਾ। ਮਾੜਾ ਧੋੜਾ ਤੇ ਉਹਨੂੰ ਚਲਾ ਨਹੀਂ ਸਕਦਾ। ਜਿੰਨੀ ਤਾਕਤ ਨਾਲ ਮਹਾਰਾਜ ਚਲਾ ਸਕਦੇ ਤੀਰ, ਹੋਰ ਥੋੜ੍ਹਾ ਕੋਈ ਚਲਾ ਸਕਦਾ।
ਇਸ ਤਰ੍ਹਾਂ ਭਾਰੇ ਕਾਨਿਆਂ ਵਾਲੇ ਤੇ ਭਾਰੀਆਂ ਮੁਖੀਆਂ ਵਾਲੇ ਤੀਰ, ਫੁਲਾਦੀ ਮੁਖੀਆਂ ਵਾਲੇ ਤੀਰ ਗੁਰੂ ਸਾਹਿਬ ਤਿਆਰ ਕਰਵਾਉਂਦੇ ਹਨ। ਦੇਖਤ ਲੋਕ ਅਧਿਕ ਬਿਸਮਾਵੈ, ਵੇਖਣ ਵਾਲੇ ਲੋਕ ਹੈਰਾਨ ਹੋ ਜਾਂਦੇ ਨੇ, ਮੂੰਹ 'ਚ ਉਂਗਲਾਂ ਪਾਉਂਦੇ ਨੇ, ਕਹਿੰਦੇ ਨੇ ਐਡਾ ਤੀਰ ਭਲਾ ਚਲਾਇਆ ਜਾਂਦਾ ਕਿਸੇ ਕੋਲੋਂ? ਇਹੋ ਜਿਹਾ ਤੀਰ ਚਲਾਉਣਾ ਭਾਰਾ ਬੜਾ ਔਖਾ ਹੈ। ਅਬ ਤੋ ਅਸ ਨਹਿ ਕੋਇ ਚਲਾਵੈ, ਲੋਕ ਆਪਸ 'ਚ ਗੱਲਾਂ ਕਰਦੇ ਨੇ, ਕਹਿੰਦੇ ਕਲਯੁਗ ਦੇ ਵਿੱਚ ਅੱਜ ਕੱਲ੍ਹ ਤਾਂ ਇਹੋ ਜਿਹੇ ਤੀਰ ਨਹੀਂ ਕੋਈ ਚਲਾ ਸਕਦਾ। ਅਰਜਨ ਆਦਿਕ ਸਮਝਾਰਾ, ਸੁਣਿਆ ਵੀ ਪਿਛਲੇ ਯੁੱਗਾਂ ਵਿੱਚ ਅਰਜੁਨ ਵਰਗੇ ਯੋਧੇ ਹੋਏ, ਭੀਮ ਵਰਗੇ, ਅਰਜੁਨ ਵਰਗੇ ਸੂਰਮੇ, ਕਰਨ ਵਰਗੇ, ਭੀਸ਼ਮ ਪਿਤਾਮਾ ਵਰਗੇ ਤੀਰ ਅੰਦਾਜ਼ ਹੋਏ ਨੇ, ਜਿਹੜੇ ਤੀਰਾਂ ਦੇ ਨਾਲ ਦਰਿਆਵਾਂ ਦੇ ਵਹਿਣ ਰੋਕ ਦਿੰਦੇ ਸਨ। ਭੀਸ਼ਮ ਪਿਤਾਮੇ 'ਚ ਸ਼ਸਤਰ ਵਿਦਿਆ ਦੀ, ਤੀਰ ਅੰਦਾਜ਼ੀ ਦੀ ਇੱਕ ਕਲਾ ਸੀ ਪ੍ਰਮਾਤਮਾ ਵੱਲੋਂ। ਕਹਿੰਦੇ ਨੇ ਚਲਦੀ ਨਦੀ ਦਾ ਪਾਣੀ ਤੀਰਾਂ ਨਾਲ ਰੋਕ ਦਿੱਤਾ ਸੀ ਉਸਨੇ। ਇਹ ਕੋਈ ਗੱਲਾਂ ਸਾਧ ਸੰਗਤ ਜੀ ਸੌਖੀਆਂ ਨਹੀਂ। ਤੇ ਅਰਜਨ ਇਹੋ ਜਿਹਾ ਸੀ ਮਹਾਰਥੀ, ਔਰ ਉਧਰੋਂ ਉਹਦਾ ਵਿਰੋਧੀ ਸੀ ਕਰਨ। ਤੀਰ ਮਾਰ ਮਾਰ ਕੇ ਮੈਦਾਨੇ ਜੰਗ ਦੇ ਰੱਥਾਂ ਦੇ ਪਹੀਏ ਉਡਾ ਦਿੱਤੇ ਜਿਨ੍ਹਾਂ ਨੇ। ਐਡੇ ਬਲੀ ਸਨ, ਯੋਧੇ ਸਨ, ਪਿਛਲੇ ਜ਼ਮਾਨੇ ਵਿੱਚ ਸਨ ਉਹ, ਹੁਣ ਤਾਂ ਨਹੀਂ। ਹਾਂਜੀ, ਸੁਨੇ ਬਲੀ ਸੇ ਕਰਤ ਪ੍ਰਹਾਰਾ, ਕਹਿੰਦੇ ਉਹ ਬੜੇ ਬਲੀ ਸਨ, ਤੀਰਾਂ ਦੇ ਨਾਲ ਕੁਛ ਦਾ ਕੁਛ ਕਰ ਦਿੰਦੇ ਸਨ। ਕੌਣ ਸ਼ਤਰ ਇਨ ਸਕਹਿ ਸਹਾਰੇ, ਕਹਿੰਦੇ ਕਿਹੜਾ ਵੈਰੀ, ਕਿਹੜਾ ਸ਼ਤਰੂ, ਕਿਹੜਾ ਦੁਸ਼ਮਣ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤੀਰਾਂ ਦੀ ਤਾਬ ਝੱਲੇਗਾ। ਪਹਿਲਾਂ ਤੇ ਇਹ ਗੁਰੂ ਸਾਹਿਬ ਹੀ ਚਲਾ ਸਕਦੇ। ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਇਸ ਕਮਾਨ ਤੇ ਚਿੱਲਾ ਚੜ੍ਹਨਾ ਵੀ ਔਖਾ ਹੈ, ਤੇ ਇਹਨੂੰ ਚਲਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਪਰ ਜਦੋਂ ਮਹਾਰਾਜੇ ਨੂੰ ਚਲਾਉਣਗੇ, ਕਿਤੇ ਜੰਗ ਦੀ ਲੋੜ ਪੈ ਗਈ, ਤੇ ਫਿਰ ਇਹਨਾਂ ਤੀਰਾਂ ਨੂੰ ਸਹਾਰੇਗਾ ਕੌਣ? ਕਹਿੰਦੇ ਜਦੋਂ ਇਹ ਤੀਰ ਵੱਜਣੇ ਐ, ਕਿਹੜਾ ਛਾਤੀ ਡਾਹੇਗਾ? ਕਹਿੰਦੇ ਕੋਈ ਸਹਾਰ ਨਹੀਂ ਸਕੇਗਾ। ਜਥਾ ਸਰਪ ਕੋ ਫਣ ਬਿਸਥਾਰੇ, ਇਹ ਤੀਰ ਇਹੋ ਜਿਹੇ ਚੌੜੇ ਸੱਪ ਦੇ ਫਣ ਵਰਗੇ, ਜਿਵੇਂ ਉੱਡਣਾ ਸੱਪ ਹੀ ਹੋਵੇ ਸਮਝੋ। ਹਾਂਜੀ, ਕਰ ਕਰ ਤਿਆਰ ਬ੍ਰਿੰਦ ਰਖਵਾਵੈ, ਸਾਧ ਸੰਗਤ ਜੀ ਕਾਰਖਾਨੇ 'ਚ ਰੋਜ਼ ਮਿਸਤਰੀ ਜਿਹੜੇ ਸ਼ਿਕਲੀਗਰ ਹਨ, ਉਹ ਚੰਗੇ ਚੰਗੇ ਸ਼ਸਤਰ ਬਣਾ ਬਣਾ ਕੇ, ਤੀਰ ਬਣਾ ਬਣਾ ਕੇ ਕੋਠੇ ਭਰ ਰਹੇ ਨੇ। ਖਜ਼ਾਨੇ ਦੇ ਵਿੱਚ ਬੇਅੰਤ ਹਜ਼ਾਰਾਂ ਦੀ ਤਾਦਾਦ ਵਿੱਚ ਤੀਰ ਤਿਆਰ ਕਰ ਕਰਕੇ ਰਖਵਾ ਰਹੇ ਨੇ ਗੁਰੂ ਜੀ। ਤੁਪਕਨ ਹਿਤ ਗੁਲਕਾਂ ਟਲਵਾਵੈ, ਤੇ ਬੰਦੂਕਾਂ ਵਾਸਤੇ ਗੋਲੀਆਂ ਵੀ ਬਣਵਾ ਰਹੇ। ਮਹਾਰਾਜ ਸੱਚੇ ਪਾਤਸ਼ਾਹ ਬੰਦੂਕਾਂ ਵਾਸਤੇ ਗੋਲੀਆਂ ਤੇ ਕਮਾਨਾਂ ਵਾਸਤੇ ਤੀਰ ਵਧੀਆ ਵਧੀਆ ਤਿਆਰ ਕਰਵਾ ਕੇ ਰੱਖਦੇ ਨੇ। ਗੋਲੀਆਂ ਜਿਹੜੀਆਂ ਨੇ ਉਹ ਸਿੱਕੇ ਦੀਆਂ ਢਲਦੀਆਂ ਨੇ, ਸਿੱਕਾ ਮੰਗਾਉਂਦੇ ਨੇ, ਮਣਾਂ ਦੇ ਹਿਸਾਬ ਨਾਲ ਸਿੱਕਾ ਮੰਗਾਉਂਦੇ ਨੇ। ਉਸ ਫਿਰ ਸਿੱਕੇ ਨੂੰ ਢਾਲ ਕੇ ਜਿਹੋ ਜਿਹੀ ਬੰਦੂਕ ਹੋਵੇ ਉਹਦੇ ਸਾਈਜ਼ ਦੀ ਗੋਲੀ ਤਿਆਰ ਹੁੰਦੀ ਹੈ। ਹਾਂਜੀ, ਜੇ ਤੱਕ ਜੰਗ ਸਮਗਰੀ ਵਰਤੇ, ਜਿੰਨੀ ਜੰਗ 'ਚ ਸਮੱਗਰੀ ਲੋੜ ਪੈਂਦੀ ਹੈ, ਜਿੰਨੀ ਵਰਤਦੀ, ਜੋ ਕੁਛ ਜੰਗ ਵਿੱਚ ਚਾਹੀਦਾ ਹੈ, ਗਨ ਆਯੁਧ ਕੋ ਸੰਗਹਿ ਕਰਤੇ, ਗੁਰੂ ਸਾਹਿਬ ਉਹ ਇਕੱਠਾ ਕਰ ਰਹੇ ਨੇ। ਹਜ਼ਾਰਾਂ ਤਲਵਾਰਾਂ, ਬਰਛੇ, ਢਾਲਾਂ, ਪੇਸ਼ ਕਬਜ਼, ਖੰਜਰ, ਕਟਾਰ, ਬਿਛੂਏ, ਬੁਗਦੇ, ਜੰਬੂਏ, ਗੁਰਜਾਂ, ਤੀਰ ਕਮਾਨਾਂ, ਬੰਦੂਕਾਂ, ਭਾਲੇ, ਸਾਂਗਾਂ, ਇੱਦਾਂ ਮਹਾਰਾਜ ਜੀ ਇਕੱਠੇ ਕਰ ਰਹੇ ਨੇ। ਦਿਨ ਪ੍ਰਤ ਰੁੱਖ ਪੈਂਦੇ ਸੰਗ ਕਰੈ, ਤੇ ਪੈਂਦੇ ਦਾ ਬੜਾ ਖਿਆਲ ਰੱਖਦੇ ਨੇ। ਪੈਂਦੇ ਖਾਨ ਨੂੰ ਬੜਾ ਪਿਆਰ ਕਰਦੇ ਨੇ। ਪੈਂਦੇ ਖਾਨ ਨੂੰ ਆਪ ਸ਼ਸਤਰ ਵਿਦਿਆ ਸਿਖਾਉਂਦੇ ਨੇ। ਉਹਨੂੰ ਪੁੱਤਰ ਬਣਾਇਆ ਹੋਇਆ, ਉਹ ਵੀ ਮਹਾਰਾਜ ਨੂੰ ਆਪਣਾ ਪਿਓ ਹੀ ਮੰਨਦਾ ਹੈ। ਤੇ ਮਹਾਰਾਜ ਪੈਂਦੇ ਖਾਨ ਨੂੰ ਆਪਣਾ ਪੁੱਤਰ ਬਣਾ ਕੇ ਸਿਖਾਉਂਦੇ ਨੇ। ਕਬ ਕਬ ਪਹੁੰਚਤ ਕੌਲਾਂ ਘਰੈ, ਕਦੀ ਕਦੀ ਮਾਤਾ ਕੌਲਾਂ ਜੀ ਨੂੰ ਦਰਸ਼ਨ ਦੇਣ ਵਾਸਤੇ ਉਹਨਾਂ ਦੇ ਘਰ ਵੀ ਜਾਂਦੇ ਨੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਬਣਿਆ ਹੋਇਆ। ਮਾਤਾ ਕੌਲਾਂ ਜੀ ਦੀ ਯਾਦ ਵਿੱਚ ਉੱਥੇ ਵੀ ਜਾਂਦੇ ਹਨ। ਦੇਖ ਦੇਖ ਸਿੱਖ ਖੁਨਸ ਹੈ ਘਨੇ, ਕਹਿੰਦੇ ਮਾਤਾ ਕੌਲਾਂ ਜੀ ਨੂੰ ਜਦੋਂ ਮਹਾਰਾਜ ਮਿਲਦੇ ਨੇ ਜਾਂ ਪੈਂਦੇ ਖਾਨ ਨੂੰ ਮਿਲਦੇ ਨੇ, ਕਈ ਮੇਰੇ ਵਰਗੇ ਸਿੱਖ ਗੁੱਸਾ ਕਰਦੇ ਨੇ, ਸ਼ੰਕਾਵਾਦੀ, ਉਹਨਾਂ ਦੇ ਮਨ ਵਿੱਚ ਸ਼ੰਕੇ ਪੈਦਾ ਹੁੰਦੇ।
ਵੀ ਗੁਰੂ ਜੀ ਸਾਨੂੰ ਤੇ ਪੁੱਛਦੇ ਨਹੀਂ ਤੇ ਮੁਸਲਮਾਨਾਂ ਨੂੰ ਕੋਲ ਬਿਠਾਇਆ ਹੋਇਆ। ਈਰਖਾ ਆ ਜਾਂਦੀ ਹੈ। ਕਹਿੰਦੇ ਉਹ ਕੌਲਾਂ ਮੁਸਲਮਾਨੀ ਹੈ, ਉਹਦਾ ਕਿਉਂ ਖਿਆਲ ਰੱਖਦੇ ਨੇ? ਇਹ ਪੈਂਦੇ ਖਾਂ ਮੁਸਲਮਾਨਾਂ ਦਾ ਮੁੰਡਾ ਪਠਾਣਾ ਦਾ, ਇਹਦੇ ਨਾਲ ਪਿਆਰ ਕਰਦੇ ਨੇ। ਇਸ ਗੱਲ ਤੋਂ ਸਿੱਖ ਕਈ ਖੁਣਸ ਖਾਂਦੇ ਨੇ। ਬਿਨ ਜਾਣੇ ਨਿੰਦਾ ਜਗ ਭਨੇ। ਪਰ ਗਿਆਨ ਕੋਈ ਨਹੀਂ ਨਾ ਲੋਕਾਂ ਨੂੰ, ਉਹ ਗੁਰੂ ਦੀ ਗੱਲ ਸਮਝ ਨਹੀਂ ਸਕਦੇ, ਉਹ ਬਿਨਾਂ ਜਾਣੇ ਹੀ ਨਿੰਦਾ ਕਰੀ ਜਾਂਦੇ। ਸਾਧ ਸੰਗਤ ਜੀ, 100 ਨਹੀਂ ਤਾਂ 99% ਨਿੰਦਾ ਬਿਨਾਂ ਜਾਣੇ ਹੁੰਦੀ ਹੈ। ਅੱਬਲ ਤਾਂ 100% ਹੀ ਨਿੰਦਾ ਤਾਂ ਹੋਣੀ ਨਹੀਂ ਚਾਹੀਦੀ। ਜਿਹਨੂੰ ਸਮਝ ਆ ਗਈ ਉਹ ਤਾਂ ਪਰਮੇਸ਼ਰ ਦਾ ਹੀ ਰੂਪ ਸਮਝਦਾ, ਨਿੰਦਾ ਕਿਹਦੀ ਕਰੀਏ? ਬੰਦਾ ਕਿਸ ਨੂੰ ਆਖੀਐ ਜੇ ਤਿਸ ਬਿਨ ਕੋਈ ਨਾ ਹੈ। ਕਿਹਨੂੰ ਮਾੜਾ ਕਹੋਗੇ ਤੁਸੀਂ? ਸਾਰਾ ਪਰਮੇਸ਼ਰ ਦਾ ਰੂਪ ਨਹੀਂ ਹੈ ਤੇ ਪਰਮੇਸ਼ਰ ਨੂੰ ਮਾੜਾ ਕਹਿ ਦਿਓਗੇ? ਅਸੀਂ ਅਣਜਾਣਪੁਣੇ 'ਚ ਨਿੰਦਾ ਕਰਦੇ, ਬਦਨਾਮੀ ਕਰਦੇ। ਇੱਥੋਂ ਤੱਕ ਵੀ ਅਵਤਾਰਾਂ ਦੀ ਵੀ, ਪਰਮੇਸ਼ਰ ਦੇ ਜਿਹੜੇ ਅਵਤਾਰ ਨੇ, ਗੁਰੂ ਨੇ, ਉਹਨਾਂ ਦੀ ਵੀ ਨਿੰਦਾ ਕਰਦੇ। ਬੇਸਮਝੀ ਵਿੱਚ ਲੋਕ ਨਿੰਦਾ ਕਰਦੇ ਕਿ ਗੁਰੂ ਸਾਹਿਬ ਸਾਨੂੰ ਸਿੱਖਾਂ ਨੂੰ ਤੇ ਕੋਲ ਨਹੀਂ ਬਾਂਦੇ, ਉਹ ਪੈਂਦੇ ਖਾਂ ਨੂੰ ਕੋਲ ਬਾਈ ਰੱਖਦੇ ਨੇ। ਸਾਨੂੰ ਤੇ ਕਦੀ ਹਾਲ ਚਾਲ ਪੁੱਛਦੇ ਨਹੀਂ, ਕੌਲਾਂ ਦੇ ਘਰ ਜਾ ਕੇ ਉਹਦਾ ਹਾਲ ਪੁੱਛਦੇ ਨੇ। ਇਸ ਗੱਲ ਦੀ ਕਈਆਂ ਨੇ ਨਿੰਦਾ ਬਣਾਈ ਹੋਈ ਹੈ। ਭਾਈ ਗੁਰਦਾਸ ਜੀ ਆਪਣੀ ਬਾਣੀ 'ਚ ਲਿਖਦੇ ਨੇ, ਸੇਵਕ ਪਾਸ ਨ ਰੱਖੀਆਂ ਦੁਖੀ ਦੁਸ਼ਟ ਆਗੂ ਮੂੰਹ ਲਾਇਆ। ਛੇਵੇਂ ਪਾਤਸ਼ਾਹ, ਸੇਵਕਾਂ ਨੂੰ ਕੋਲ ਨਹੀਂ ਰੱਖਿਆ, ਉਹ ਪੈਂਦੇ ਖਾਂ ਨੂੰ ਕੋਲ ਰੱਖ ਲਿਆ ਹੈ। ਤੁਰਕਨ ਸੋ ਗੁਰ ਕੋ ਬੜ ਮੇਲ। ਸਿੱਖ ਕਹਿੰਦੇ ਨੇ ਸਾਡੇ ਗੁਰੂ ਨੂੰ ਪਤਾ ਨਹੀਂ ਕੀ ਹੋ ਗਿਆ। ਸਾਰੇ ਨਹੀਂ ਕਹਿੰਦੇ, ਪਰ ਕਈ ਮੇਰੇ ਵਰਗੇ ਹੁੰਦੇ ਆ, ਗੱਲਾਂ ਦੇ ਗਲਾ ਦਿੜ। ਉਹਨਾਂ ਨੇ ਨਿੰਦਾ ਹੀ ਕਰਨੀ, ਗੁਰਦੁਆਰੇ ਆ ਕੇ ਵੀ ਨਿੰਦਾ ਹੀ ਕਰਨੀ, ਜਿੱਥੇ ਜਾਣਗੇ ਉੱਥੇ ਬਦਨਾਮੀ ਕਰਨੀ ਗੁਰੂ ਦੀ। ਜੇ ਜਿਹੜਾ ਸਾਹਮਣੇ ਆ ਗਿਆ ਉਹਦੇ ਤੇ ਕੱਪੜੇ ਧੋਣ ਲੱਗ ਜਾਣ। ਉਹ ਗੁਰੂ ਦੀ ਵੀ ਨਿੰਦਾ ਕਰਦੇ। ਕਹਿੰਦੇ ਗੁਰੂ ਸਾਹਿਬ, ਸਾਡੇ ਗੁਰੂ ਨੂੰ ਪਤਾ ਨਹੀਂ ਕੀ ਹੋ ਗਿਆ, ਮੁਸਲਮਾਨਾਂ ਨੂੰ ਕੋਲ ਰੱਖ ਲਿਆ। ਕਹਿੰਦੇ ਉਹਨਾਂ ਨਾਲ ਪਿਆਰ ਕਰਦੇ ਹਨ। ਰੱਖ ਹੈ ਸੰਗ ਅਪਰ ਕੋ ਠੇਲ। ਹਾਂ, ਆਪਣੇ ਕੋਲ ਇਹ ਕੋਲਾਂ, ਕਾਜੀ ਦੀ ਲੜਕੀ ਮੁਸਲਮਾਨੀ ਹੈ, ਇਹਨੂੰ ਕਿਉਂ ਰੱਖ ਲਿਆ? ਆਹ ਦੇਖੋ ਪੈਂਦੇ ਖਾਂ ਮੁਸਲਮਾਨ ਹੈ, ਇਹਨੂੰ ਕਿਉਂ ਰੱਖ ਲਿਆ ਕੋਲ? ਅਸੀਂ ਮਾੜੇ ਆ? ਅਸੀਂ ਘੱਟ ਆ? ਅਸੀਂ ਗੁਰੂ ਵਾਸਤੇ ਜਾਨ ਵਾਰਨ ਨੂੰ ਤਿਆਰ ਹਾਂ। ਸਾਨੂੰ ਤੇ ਨਹੀਂ ਕੋਲ ਬਿਠਾਉਂਦੇ। ਤੇ ਪੈਂਦੇ ਖਾਂ ਨੂੰ ਇੰਨੀ ਖੁਰਾਕ, 2 ਮੱਝਾਂ ਦਾ ਦੁੱਧ ਪਿਆ ਦਿੰਦੇ ਨੇ ਰੋਜ਼। ਕਾਜ਼ੀ ਤੁਰਕ ਸੁਤਾ ਹਰਿਆਣੀ। ਉਹ ਕਾਜੀ ਮੁਸਲਮਾਨ ਉਹਦੀ ਲੜਕੀ ਨੂੰ ਇੱਥੇ ਲੈ ਆਈ, ਕੀ ਲੋੜ ਸੀ? ਉਹਨੂੰ ਇੱਥੇ ਪਨਾਹ ਦਿੱਤੀ ਗੁਰੂ ਘਰ ਦੇ ਵਿੱਚ। ਉਹ ਕਾਜੀ ਦੀ ਲੜਕੀ ਇੱਥੇ ਆਈ, ਇਸ ਗੁਰੂ ਦੀ ਬਦਨਾਮੀ ਹੋ ਰਹੀ ਹੈ। ਹਾਂਜੀ, ਤਿਸ ਘਰ ਪ੍ਰਵੇਸ਼ ਨਾ ਧਰਹਿ ਗਿਲਾਨੀ। ਤੇ ਉਹਦੇ ਮੁਸਲਮਾਨੀ ਦੇ ਘਰ ਜਾ ਕੇ ਉਹਦਾ ਹਾਲ ਚਾਲ ਪੁੱਛਦੇ ਨੇ, ਗਿਲਾਨੀ ਨਹੀਂ ਕਰਦੇ। ਅਸੀਂ ਤੇ ਮੁਸਲਮਾਨਾਂ ਦੇ ਘਰ ਦਾ ਪਾਣੀ ਨਾ ਪੀਵੀਏ, ਤੇ ਇਹ ਉਹਦੇ ਕੋਲ ਜਾ ਕੇ ਉਹਨੂੰ ਪੁੱਛਦੇ ਵੀ ਤੂੰ ਠੀਕ ਹੈ, ਤੂੰ ਬਿਮਾਰ ਤਾਂ ਨਹੀਂ? ਉਹਦਾ ਦੁੱਖ ਸੁੱਖ ਪੁੱਛਦੇ ਹਨ ਜਾ ਕੇ। ਪ੍ਰਥਮ ਗੁਰੂ ਅਸ ਕੋਈ ਨਾ ਭਇਓ। ਸਿੱਖ ਕਹਿੰਦੇ ਪਹਿਲਾਂ ਤਾਂ ਕੋਈ ਗੁਰੂ ਇਹੋ ਜਿਹਾ ਨਹੀਂ ਹੋਇਆ। ਪਹਿਲਾਂ ਤਾਂ ਕਿਸੇ ਗੁਰੂ ਨੇ ਇੱਦਾਂ ਹਥਿਆਰ ਨਹੀਂ ਰੱਖੇ, ਇੱਦਾਂ ਕੋਈ ਮੁਸਲਮਾਨਾਂ ਨੂੰ ਕੋਲ ਨਹੀਂ ਰੱਖਿਆ ਜਿਵੇਂ ਇਹਨਾਂ ਨੇ ਰੱਖ ਲਿਆ ਹੈ। ਹੋਤ ਸੁਸ਼ੀਲ ਵਿਸਾਰਨ ਕੀਓ। ਹਾਂ, ਸਾਡੇ ਗੁਰੂ 6ਵੇਂ ਪਾਤਸ਼ਾਹ ਨੇ ਤਾਂ ਜਿਹੜੀ ਮਰਜ਼ਾਦਾ ਹੁੰਦੀ ਦੁਨੀਆ ਦੀ ਉਹ ਵੀ ਛੱਡ ਦਿੱਤੀ ਹੈ। ਔਰ ਸੁਭਾਵ ਔਰ ਹੀ ਰੀਤ। ਹੋਰ ਹੀ ਸੁਭਾਅ ਬਣਾ ਲਿਆ, ਹੋਰ ਹੀ ਰੀਤ ਕਰ ਲਈ ਹੈ। ਇਹ ਗੱਲਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਆਉਂਦੀਆਂ। ਕਹਿੰਦੇ ਨੇ, ਮੰਜੀ ਬੈ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖੜਾਇਆ, ਪਾਤਸ਼ਾਹ ਕਰ ਆਮਦੇ ਗੜ ਚੜਿਆ, ਪਾਤਸ਼ਾਹ ਚੜਾਇਆ, ਉਮਤ ਮੈਲ ਨ ਪਾਵੰਦੀ, ਦੋਖੀ ਦੁਸ਼ਟ ਆਗੂ ਮੂੰਹ ਲਾਇਆ, ਬਾਣੀ ਕਰ ਗੁਣ ਗਾਵੰਦਾ, ਕਥਾ ਨ ਸੁਣੈ ਨ ਗਾਵ ਸੁਣਾਇਆ, ਨੱਠਾ ਫਿਰੈ ਨਾ ਡਰੈ ਡਰਾਇਆ। ਕਹਿੰਦੇ ਪਹਿਲੇ ਗੁਰੂ ਤੇ ਮੰਜੀ ਤੇ ਬਹਿ ਕੇ ਉਪਦੇਸ਼ ਦਿੰਦੇ ਸੀ। ਪਹਿਲੇ ਗੁਰੂ ਤੇ ਸਿੱਖਾਂ ਨੂੰ ਕਹਿੰਦੇ ਸੀ, ਭਾਈ ਨਾਮ ਜਪੋ, ਅੰਮ੍ਰਿਤ ਵੇਲੇ ਉੱਠੋ, ਸ਼ਾਂਤਮਈ ਰਹਿੰਦੇ ਸੀ। ਕਦੀ ਕੋਈ ਲੜਾਈ ਝਗੜੇ ਵਾਲੀ ਗੱਲ ਹੀ ਨਹੀਂ ਸੀ ਸੁਣੀ। ਇਹ ਗੁਰੂ ਕਿਹੋ ਜਿਹੇ ਨੇ?
ਇਹ ਕੁੱਤੇ ਰੱਖੇ ਸ਼ਿਕਾਰ ਖੇਡਣ ਨੂੰ ਤੁਰੇ ਹੋਏ ਨੇ। ਦੁਪਹਿਰੇ ਜੋ ਨਗਾਰੇ ਚੋਭਾ ਮਾਰਦੇ ਨੇ, ਨਾਲ ਸ਼ਿਕਾਰੀ ਕੁੱਤੇ ਹੁੰਦੇ ਨੇ, ਨਾਲ ਬਾਜ ਹੁੰਦਾ ਹੈ, ਨਾਲ ਸ਼ਿਕਰੇ ਹੁੰਦੇ ਨੇ, ਨਾਲ ਜੁਰਰੇ ਹੁੰਦੇ ਨੇ। ਚਲੋ ਜੀ ਸ਼ਿਕਾਰ ਖੇਡੋ। ਕਦੀ ਸੂਰ ਮਾਰ ਲਿਆਂਦੇ, ਕਦੀ ਹਿਰਨ ਮਾਰ ਲਿਆਂਦੇ, ਕਦੀ ਪਾੜੇ ਮਾਰ ਲਿਆਂਦੇ। ਸਾਰਾ ਦਿਨ ਇਹ ਸ਼ਿਕਾਰ ਨੂੰ ਚੜੇ ਰਹਿੰਦੇ। ਮੰਜੀ ਬੈ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖੜਾਇਆ। ਤੇ ਪਹਿਲੇ ਗੁਰੂਆਂ ਨੂੰ ਮੱਥਾ ਟੇਕਦੇ ਸੀ ਬਾਦਸ਼ਾਹ ਆ ਕੇ। ਬਾਬਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਆਇਆ, ਹਮਾਯੂੰ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਆਇਆ, ਅਕਬਰ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆਇਆ। ਇਹ ਗੁਰੂ ਉਲਟਾ ਕੰਮ ਕਰ ਦਿੱਤਾ। ਇਹਨਾਂ ਨੂੰ ਗੁਰੂ ਨੇ, ਬਾਦਸ਼ਾਹ ਨੇ ਇਹਨਾਂ ਨੂੰ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਕਰ ਦਿੱਤਾ। ਪਾਤਸ਼ਾਹ ਘਰ ਆਮਦੇ, ਪਹਿਲਾਂ ਦੇ ਪਾਤਸ਼ਾਹ ਘਰ ਆਉਂਦੇ ਸੀ ਮੱਥਾ ਟੇਕਣ। ਇਹਨਾਂ ਨੂੰ ਗੜ੍ਹ ਚੜਿਆ, ਪਾਤਸ਼ਾਹ ਚੜਾਇਆ। ਗੜ੍ਹ ਮੈਨੇ ਗਵਾਲੀਅਰ ਦਾ ਕਿਲਾ। ਇਹਨਾਂ ਨੂੰ ਕਿਲੇ 'ਚ ਬੰਦ ਕਰਤਾ, ਜੇਲ੍ਹ 'ਚ ਭੇਜਤਾ, ਨਜ਼ਰਬੰਦ ਕਰਤਾ। ਪਹਿਲੇ ਗੁਰੂਆਂ ਨੂੰ ਬਾਦਸ਼ਾਹ ਮੱਥੇ ਟੇਕਦੇ ਸੀ, ਇਹਨਾਂ ਨੂੰ ਜੇਲ੍ਹ 'ਚ ਭੇਜਦੇ ਨੇ। ਪਹਿਲੇ ਗੁਰੂਆਂ ਕੋਲ ਸਿੱਖ ਹੀ ਇੰਨੇ ਹੁੰਦੇ ਸੀ, ਸਿੱਖ ਹੀ ਇੰਨੇ ਹੁੰਦੇ ਸੀ, ਮੱਥਾ ਟੇਕਣ ਦੀ ਵਾਰੀ ਨਹੀਂ ਸੀ ਆਉਂਦੀ। ਉਮਤ ਮੈਲ ਨਾ ਪਾਵੰਦੀ। ਤੇ ਇਹਨਾਂ ਗੁਰੂਆਂ ਨੇ ਤੇ ਸਿੱਖਾਂ ਨੂੰ ਕੋਲ ਬਿਠਾਇਆ ਨਹੀਂ। ਦੋਖੀ ਦੁਸ਼ਟ ਆਗੂ ਮੂੰਹ ਲਾਇਆ। ਮੁਸਲਮਾਨਾਂ ਦੀਆਂ ਉਹ ਜਿਹੜੇ ਦੋਖੀ ਲੋਕ ਹਨ, ਉਹਨਾਂ ਦੇ ਨਾਲ ਇਹਨਾਂ ਦੀ ਮੀਟਿੰਗਾਂ ਹੁੰਦੀਆਂ। ਪੈਂਦੇ ਖਾਂ ਨੂੰ ਕੋਲ ਬਿਠਾਉਂਦੇ ਆ। ਇੱਦਾਂ ਸਿੱਖ ਨਿੰਦਾ ਕਰ, ਦੂਜੇ ਲੋਕ ਤਾਂ ਨਿੰਦਾ ਕਰਦੇ ਸੀ, ਸਿੱਖ ਵੀ ਕਰਨ ਲੱਗ ਪਏ। ਮੇਰੇ ਬਾਰੇ ਬ੍ਰਹਮ ਗਿਆਨੀ ਤਾਂ ਨਹੀਂ ਕਰਦੇ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਉਹ ਤਾਂ ਨਹੀਂ ਕਰਦੇ, ਭਾਈ ਬਿਧੀ ਚੰਦ ਜੀ ਵਰਗੇ, ਭਾਈ ਜੇਠੇ ਵਰਗੇ ਤਾਂ ਨਹੀਂ ਕਰਦੇ। ਪਰ ਜਿਹੜੇ ਵਿਚਾਰੇ ਉੱਦਾਂ ਹੀ ਗੁਰਦੁਆਰੇ ਗੇੜਾ ਮਾਰਨੀ ਆਉਂਦੇ ਆ, ਦੇਖਣ ਹੀ ਆਉਂਦੇ ਵੀ ਕੀ ਹੋ ਰਿਹਾ, ਤੇ ਉਹ ਬਸ ਫਿਰ ਸੱਚੇ ਪਾਤਸ਼ਾਹ ਉੱਤੇ ਉਂਗਲਾਂ ਚੁੱਕਣ ਲੱਗ ਪਏ, ਨਿੰਦਾ ਕਰਨ ਲੱਗ ਪਏ ਹਨ। ਔਰ ਬਿਹਾਰ ਔਰ ਬਿਦ ਪ੍ਰੀਤ। ਸਿੱਖ ਕਹਿੰਦੇ ਨੇ ਇਹਨਾਂ ਗੁਰੂਆਂ ਦਾ ਵਿਹਾਰ ਹੋਰ ਤਰ੍ਹਾਂ ਦਾ ਹੀ ਹੈ, ਇਹਨਾਂ ਦਾ ਰਵੱਈਆ ਹੋਰ ਤਰ੍ਹਾਂ ਦਾ, ਇਹਨਾਂ ਦੀ ਪ੍ਰੀਤੀ ਵੀ ਹੋਰ ਲੋਕਾਂ ਨਾਲ ਹੈ। ਕਰਨ ਸ਼ਿਕਾਰ ਜੀਵ ਗਨ ਮਾਰਨ। ਕਿੱਡਾ ਮਾੜਾ ਕੰਮ ਕਰਦੇ ਨੇ, ਸ਼ਿਕਾਰ ਖੇਡਦੇ ਨੇ, ਕਿੰਨੇ ਜੀਵਾਂ ਨੂੰ ਮਾਰਦੇ ਨੇ। ਭਲਾ ਗੁਰੂਆਂ ਨੂੰ ਚਾਹੀਦਾ ਇੱਦਾਂ ਖੂਨ ਖਰਾਬਾ ਕਰਨਾ, ਇੱਦਾਂ ਜੀਵ ਹੱਤਿਆ ਕਰਨੀ? ਇਹ ਰੋਜ਼ ਹੀ ਸ਼ਿਕਾਰ ਨੂੰ ਚੜੇ ਰਹਿੰਦੇ ਨੇ, ਠਾਹ ਠਾਹ ਹੁੰਦੀ ਰਹਿੰਦੀ ਜੰਗਲਾਂ ਵਿੱਚ। ਇਸ ਦਿਨ ਆਯੁਧ ਮਹਿਤ ਧਾਰਨ। ਇਹ ਰੋਜ਼ ਸ਼ਸਤਰਾਂ ਦਾ ਇੰਨਾ ਪਿਆਰ, ਇੰਨੇ ਹਥਿਆਰਾਂ ਨੂੰ ਚੁੱਕੀ ਫਿਰਨਾ, ਬੰਦੂਕਾਂ, ਤਲਵਾਰਾਂ, ਭਾਲੇ, ਬਰਛੇ। ਇਹ ਇਹਨਾਂ ਸ਼ਸਤਰਾਂ ਨਾਲ ਕਿਉਂ ਪ੍ਰੇਮ ਕਰਦੇ ਨੇ? ਇਸ ਬਿਦ ਪਸਰਿਓ ਜਗ ਅਪਵਾਦ। ਇਸ ਤਰ੍ਹਾਂ ਮਹਾਰਾਜ ਦੀ ਨਿੰਦਾ ਸ਼ੁਰੂ ਹੋਈ। ਆਖੋ ਸ੍ਰੀ ਵਾਹਿਗੁਰੂ। ਅਪਵਾਦ। ਸਾਧ ਸੰਗਤ ਜੀ, ਗੁਰੂਆਂ ਅਵਤਾਰਾਂ ਨੂੰ ਸਮਝਣਾ ਬੜਾ ਮੁਸ਼ਕਲ ਹੈ। ਨਿੰਦਕ ਲੋਕ ਵਿਚਾਰਿਆਂ ਦੀ ਮਾਤੀ ਛੋਟੀ ਸੀ, ਉਹ ਗੁਰੂ ਸਾਹਿਬ ਜੀ ਦੀ ਨਿੰਦਾ ਕਰਨ ਲੱਗ ਪਏ। ਪੂਰਬ ਕੀ ਕਰ ਭੰਗ ਮਰਜਾਦ। ਕਹਿੰਦੇ ਨੇ ਇਹਨਾਂ ਨੇ ਪਿਛਲੀ ਮਰਿਆਦਾ ਭੰਗ ਕਰ ਦਿੱਤੀ। ਕਹਿੰਦੇ ਨੇ ਗੁਰੂ ਪੰਜ ਪਾਤਸ਼ਾਹੀਆਂ ਤੱਕ ਕਿਸੇ ਨੇ ਹਥਿਆਰ ਨਹੀਂ ਰੱਖੇ, ਕਿਸੇ ਨੇ ਕੋਈ ਡੰਡਾ ਸੋਟਾ ਵੀ ਨਹੀਂ ਰੱਖਿਆ, ਇਹ ਬੰਦੂਕਾਂ ਰੱਖ ਬੈਠੇ। ਪਹਿਲੇ ਗੁਰੂਆਂ ਨੇ ਕੋਈ ਸ਼ਿਕਾਰ ਨਹੀਂ ਮਾਰਿਆ, ਕੋਈ ਲੜਾਈ ਨਹੀਂ ਕੀਤੀ, ਕੋਈ ਇੱਦਾਂ। ਇਹ ਕੀ ਕਰਦੇ ਨੇ? ਹਰ ਵੇਲੇ ਇਸੇ ਕੰਮ ਨੂੰ ਤੁਰੇ ਰਹਿੰਦੇ ਨੇ। ਦੇਸ਼ ਵਿਦੇਸ਼ ਨ ਮਹਿ ਸਭ ਕਹੈ। ਇਹ ਗੱਲ ਇਕੱਲੇ ਪੰਜਾਬ ਦੇ ਵਿੱਚ ਨਹੀਂ, ਬਾਹਰਲੇ ਮੁਲਕਾਂ 'ਚ ਵੀ ਸ਼ੁਰੂ ਹੋ ਗਈ। ਦੂਜੇ ਇਲਾਕਿਆਂ ਵਿੱਚ ਗਾਂਹ ਦੀ ਗਾਂਹ ਖਬਰ ਫੈਲ ਗਈ ਬਈ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਹੋਰ ਹੀ ਰੀਤ, ਹੋਰ ਹੀ ਤਰੀਕਾ ਅਪਣਾ ਬੈਠੇ ਨੇ। ਪੂਰਨ ਸਿੱਖ ਭੇਦ ਕੋ ਲਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਜਿਹੜੇ ਪੂਰਨ ਸਿੱਖ ਸੀ ਨਾ, ਪੂਰਨ ਗੁਰੂ ਦੇ ਪਿਆਰੇ, ਉਹ ਇਸ ਭੇਦ ਨੂੰ ਸਮਝਦੇ ਸੀ। ਧੰਨ ਧੰਨ ਭਾਈ ਗੁਰਦਾਸ ਜੀ ਸਮਝਦੇ ਸੀ। ਉਹਨਾਂ ਨੇ ਲਿਖਿਆ ਹੋਇਆ, ਜਿੱਥੇ ਆਹ ਪੌੜੀ ਜਿਹੜੀ ਆਪਾਂ ਸੁਣੀ ਹੈ ਨਾ, ਕੁੱਤੇ ਰੱਖ ਸ਼ਿਕਾਰ ਖਡਾਇਆ, ਜਾਂ ਹੋਰ ਗੱਲਾਂ ਲਿਖੀਆਂ ਨੇ, ਅਗਲੀ ਪੌੜੀ ਪੜ੍ਹੋ, ਨਾਲ ਲੱਗਦੇ ਆ। ਅਗਲੀ ਪੌੜੀ 'ਚ ਭਾਈ ਗੁਰਦਾਸ ਜੀ ਲਿਖਦੇ ਨੇ, ਉਹ ਭੋਲੇ ਲੋਕੋ, ਤੁਹਾਨੂੰ ਸਮਝ ਨਹੀਂ, ਘਰ ਦੇ ਵਿੱਚ ਮਹਿੰਗਾ ਫਰਨੀਚਰ ਪਿਆ ਹੁੰਦਾ ਹੈ, ਘਰ ਦੇ ਵਿੱਚ ਮਹਿੰਗੇ ਮਹਿੰਗੇ ਭਾਂਡੇ ਪਏ ਹੁੰਦੇ ਆ, ਖਾਣ ਪੀਣ ਦਾ ਸਮਾਨ ਪਿਆ ਹੁੰਦਾ ਹੈ, ਮਹਿੰਗੇ ਕੱਪੜੇ ਪਏ ਹੁੰਦੇ ਆ,
ਸੋਨੇ ਚਾਂਦੀ ਦੇ ਗਹਿਣੇ ਘਰ 'ਚ ਪਏ ਹੁੰਦੇ, ਬਹੁਤ ਕੀਮਤੀ ਸਮਾਨ ਘਰ ਦੇ ਅੰਦਰ ਹੁੰਦਾ, ਪਰ ਘਰ ਦੇ ਬਾਹਰ ਲੋਹੇ ਦਾ ਮੋਟਾ ਜਿਹਾ ਤਾਲਾ ਤੇ ਕੁੱਤਾ ਜਾਗਦਾ ਹੈ। ਬੂਹੇ ਜਿੰਦਾ, ਕੁੱਤਾ ਜਾਗੈ। ਭਾਈ ਗੁਰਦਾਸ ਜੀ ਲਿਖਦੇ। ਹੁਣ ਜੇ ਕੋਈ ਮੂਰਖ ਬੰਦਾ ਕਵੇ ਇੰਨਾ ਮਹਿੰਗਾ ਸਮਾਨ ਅੰਦਰ ਰੱਖਿਆ, ਬਾਹਰ ਲੋਹੇ ਦਾ ਤਾਲਾ ਕਿਉਂ ਲਾਇਆ, ਸੋਨੇ ਦਾ ਕਿਉਂ ਨਹੀਂ ਲਾਇਆ, ਤਾਲੇ ਦੀ ਕੀ ਲੋੜ ਹੈ? ਜਾਂ ਕੋਈ ਕਵੇ ਵੀ ਇੰਨਾ ਸੋਹਣਾ ਘਰ ਅੰਦਰ ਤੁਸੀਂ ਬਾਹਰ ਕੁੱਤਾ ਭੌਂ ਭੌਂ ਕਰਨ ਨੂੰ ਕਿਉਂ ਰੱਖਿਆ? ਉਹਦਾ ਜਵਾਬ ਮਿਲੇਗਾ ਵੀ ਜਿਹੜਾ ਅੰਦਰ ਸਮਾਨ ਪਿਆ ਮਹਿੰਗਾ, ਉਹਦੀ ਸੇਫਟੀ ਲਈ ਬਾਹਰ ਤਾਲਾ ਹੈ। ਆਖੋ ਸ੍ਰੀ ਵਾਹਿਗੁਰੂ। ਜੇ ਉਹ ਤਾਲਾ ਨਾ ਹੋਵੇ, ਅੰਦਰ ਮਹਿੰਗੇ ਸਮਾਨ ਦੀ ਕੋਈ ਸੇਫਟੀ ਨਹੀਂ। ਬਾਗ ਦੇ ਵਿੱਚ ਅੰਬ ਲੱਗੇ ਨੇ, ਅੰਗੂਰ ਲੱਗੇ ਨੇ, ਅਮਰੂਦ ਲੱਗੇ ਨੇ, ਸੇਬ ਲੱਗੇ ਨੇ, ਅਨਾਰ ਲੱਗੇ ਨੇ, ਨਾਸਪਾਤੀਆਂ ਲੱਗੀਆਂ ਨੇ, ਬੜੇ ਬੜੇ ਸੋਹਣੇ ਫਲ ਲੱਗੇ ਨੇ, ਪਰ ਬਾਗ ਦੇ ਬਾਰ-ਬਾਰ ਕੰਡਿਆਂ ਵਾਲੀ ਤਾਰ ਲੱਗੀ ਹੈ, ਜਾਂ ਥੋਰ ਲੱਗੀ ਹੈ, ਜਾਂ ਛਾਪੇ ਲਾਏ ਨੇ ਕੰਡਿਆਂ ਵਾਲੇ। ਕੋਈ ਮੂਰਖ ਬੰਦਾ ਆਖੇ ਇਸ ਬਾਗ ਦੇ ਆਲੇ ਦੁਆਲੇ ਕੰਡਿਆਂ ਦੀ ਵਾੜ ਕਿਉਂ ਕੀਤੀ ਹੈ, ਤਾਂ ਉਹਨੂੰ ਜਵਾਬ ਦਿਓ ਕਿ ਜਿਹੜੇ ਅੰਦਰ ਸੇਬ, ਸੰਤਰੇ, ਅਨਾਰ, ਅਮਰੂਦ, ਅੰਬ, ਵਧੀਆ ਵਧੀਆ ਫਲ ਨੇ, ਉਹਨਾਂ ਦੀ ਰਾਖੀ ਲਈ ਕੰਡਿਆਂ ਵਾਲੀ ਵਾੜ ਚਾਹੀਦੀ ਹੈ। ਆਹ ਜਿਹੜੇ 6ਵੇਂ ਪਾਤਸ਼ਾਹ ਨੇ ਸ਼ਸਤਰ ਰੱਖ ਲਏ ਨੇ, ਇਹ ਰਾਜਸੀ ਠਾਠ ਬਣਾਇਆ ਹੈ, ਸਿੱਖਾਂ ਨੂੰ ਜੰਗੀ ਕਰਤੱਵ ਸਿਖਾ ਰਹੇ ਨੇ। ਇਹ ਜਿਹੜੀਆਂ ਬੰਦੂਕਾਂ, ਤਲਵਾਰਾਂ, ਸ਼ਸਤਰ ਪਹਿਨੇ ਹੋਏ ਨੇ, ਘੱਟ ਕਰ ਦਿਓ, ਇਹ ਸਤਿਗੁਰੂ ਜੀ ਨੇ ਉਹ ਖਜ਼ਾਨਾ ਜਿਹੜਾ ਸੇਵਾ, ਸਿਮਰਨ, ਭਗਤੀ, ਅੰਮ੍ਰਿਤ ਵੇਲਾ, ਜਪ ਤਪ, ਗੁਰਬਾਣੀ ਦਾ ਖਜ਼ਾਨਾ ਨਹੀਂ, ਗੁਰੂ ਨਾਨਕ ਦਾ ਜਿਹੜਾ ਗੁਰੂ ਨਾਨਕ ਦਾ ਖਜ਼ਾਨਾ ਹੈ, ਉਹਦੀ ਰਾਖੀ ਲਈ, ਉਹਦੀ ਸੇਫਟੀ ਲਈ ਇਹ ਸਾਰਾ ਕੁਝ ਹੋ ਰਿਹਾ। ਨਹੀਂ ਤਾਂ ਉਹ ਜਿਹੜੇ ਚੋਰ ਨੇ, ਡਾਕੂ ਨੇ, ਇਸ ਬਾਗ ਨੂੰ ਉਜਾੜ ਦੇਣਗੇ, ਸਿੱਖਾਂ ਨੂੰ ਜੀਣ ਨਹੀਂ ਦੇਣਗੇ, ਬਾਣੀ ਨਹੀਂ ਪੜ੍ਹਨ ਦੇਣਗੇ, ਨਾਮ ਨਹੀਂ ਜਪਣ ਦੇਣਗੇ, ਸੇਵਾ ਨਹੀਂ ਕਰਨ ਦੇਣਗੇ, ਸਿਮਰਨ ਨਹੀਂ ਕਰਨ ਦੇਣਗੇ। ਉਹਨਾਂ ਜ਼ਾਲਮਾਂ ਜਰਵਾਣਿਆਂ ਨੂੰ ਟੱਕਰ ਦੇਣ ਲਈ ਇਹ ਸਾਰਾ ਕੁਝ ਕੀਤਾ। ਭਾਈ ਗੁਰਦਾਸ ਜੀ ਨੇ ਇਸ ਅਗਲੀ ਪੌੜੀ 'ਚ ਸਾਰਾ ਨਿਰਣਾ ਕੀਤਾ ਹੋਇਆ। ਇਹ ਦੋਵੇਂ ਪੌੜੀਆਂ ਇਕੱਠੀਆਂ ਲਿਖੀਆਂ, ਪਹਿਲੀ 'ਚ ਸ਼ੰਕਾ ਅਤੇ ਦੂਸਰੀ ਪੌੜੀ 'ਚ ਸਮਾਧਾਨ ਕੀਤਾ। ਸਵਾਲ ਪਹਿਲੀ 'ਚ ਹੈ, ਜਵਾਬ ਦੂਜੀ 'ਚ ਹੈ। ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੇ ਪੂਰਨ ਸਿੱਖ ਨੇ ਨਾ, ਉਹ ਨਹੀਂ ਸ਼ੰਕਾ ਕਰਦੇ। ਉਹ ਕਹਿੰਦੇ ਸਾਡਾ ਗੁਰੂ ਪੂਰਾ ਹੀ ਹੈ, ਜੋ ਕਰੇਗਾ ਠੀਕ ਹੀ ਕਰੇਗਾ। ਪਰ ਬੇਸਮਝ ਜਿਹੜੇ ਨੇ, ਉਹ ਨਿੰਦਾ ਕਰਦੇ ਨੇ। ਦਿਪਤ ਤੇਜ ਮੁਖ ਮੰਡਲ ਕੇਰਾ, ਮਹਾਰਾਜ ਦੇ ਚਿਹਰੇ ਦਾ ਬੜਾ ਤੇਜ, ਐਨ ਚਿਹਰਾ ਲਾਲੋ ਲਾਲ। 6ਵੇਂ ਪਾਤਸ਼ਾਹ ਦਾ ਬੱਬਰ ਸ਼ੇਰ, ਸੂਰਬੀਰ ਯੋਧੇ, 7.5 ਫੁੱਟ ਉੱਚਾ ਕੱਦ, ਚੌੜੀ ਛਾਤੀ, ਬਾਹਾਂ ਲੰਮੀਆਂ, ਹਾਥੀ ਦੀ ਸੁੰਡ ਵਰਗੀਆਂ, ਤੇ ਰੂਪ ਬੜਾ ਸੁੰਦਰ, ਅੱਖਾਂ ਕਮਲ ਦੀਆਂ ਪੰਖੜੀਆਂ ਵਰਗੀਆਂ, ਨਾਸਕਾ ਤੋਤੇ ਵਰਗੀ। ਔਰ ਸਾਧ ਸੰਗਤ ਜੀ, ਛਾਤੀ ਜਿਹੜੀ ਹੈ ਖਰਾਸ ਦੇ ਪੁੜ ਵਰਗੀ ਮਜ਼ਬੂਤ ਹੈ। ਮਹਾਬਲੀ ਹਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਕਹਿ ਨਹਿ ਸਕਹਿ ਹੋਏ ਕੋ ਨੇਰਾ, ਕੋਈ ਨੇੜੇ ਆ ਕੇ ਗੱਲ ਨਹੀਂ ਕਰਦਾ, ਸਾਹਮਣੇ ਕਿਹਨੇ ਬੋਲਣਾ? ਦੂਰ ਦੂਰ ਗੱਲਾਂ ਕਰੀ ਜਾਣ, ਸਾਹਮਣੇ ਆ ਕੇ ਨਹੀਂ ਕੋਈ ਬੋਲ ਸਕਦਾ, ਕੋਈ ਸਾਹਮਣੇ ਆ ਕੇ ਨਹੀਂ ਪੁੱਛ ਸਕਦਾ ਬਈ ਗੁਰੂ ਜੀ ਆਹ ਕਿਉਂ ਕਰਦੇ ਹੋ। ਤੇ ਮਹਾਰਾਜ ਨੇ ਕੋਈ ਖਾ ਤਾਂ ਨਹੀਂ ਜਾਣਾ, ਬਚਨ ਨਾਲ ਹੀ ਤਾਰ ਦੇਣਾ। ਪਰ ਉਹਨਾਂ ਨੂੰ ਪਤਾ ਅਸੀਂ ਝੂਠੇ ਹਾਂ, ਸੱਚ ਦੇ ਸਾਹਮਣੇ। ਹੁਣ ਸੂਰਜ ਦੇ ਸਾਹਮਣੇ ਉੱਲੂ ਕਦੀ ਨਹੀਂ ਗਏ। ਜਦੋਂ ਸੂਰਜ ਚੜ੍ਹਦਾ, ਉੱਲੂ ਖੁੜਾਂ 'ਚ ਲੁਕ ਜਾਂਦੇ ਆ, ਉਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ, ਅੰਨ੍ਹੇ ਹੋ ਜਾਂਦੇ ਆ। ਜਦੋਂ ਦੀ ਦੁਨੀਆ ਬਣੀ ਹੈ, ਉੱਲੂ ਨੂੰ ਕਦੀ ਸੂਰਜ ਦੇ ਦਰਸ਼ਨ ਨਹੀਂ ਹੋਏ, ਕਦੀ ਉਹਨਾਂ ਦੀ ਮੀਟਿੰਗ ਨਹੀਂ ਹੋਈ ਆਪਸ 'ਚ। ਕਿਉਂ? ਉਹ ਵਿਚਾਰੇ ਦੇ ਕਰਮ ਹੀ ਐਸੇ। ਮਹਾਰਾਜ ਸੂਰਜ ਨੇ 6ਵੇਂ ਪਾਤਸ਼ਾਹ ਤੋਂ ਨਿੰਦਾ ਕਰਨ ਵਾਲੇ ਵਿਚਾਰਿਆਂ ਦੀ ਕੀ ਜ਼ੁਰਤ ਹੈ ਵੀ ਸਾਹਮਣੇ ਆ ਜਾਣ। ਹਾਂਜੀ। ਸਾਰੀ ਰਾਮੋ ਸਾਈਂ ਦਾਸ, ਗੁਰੂ ਸਾਹਿਬ ਜੀ ਦੀ ਸਾਲੀ ਬੀਬੀ ਰਾਮੋ,
ਭਾਈ ਨਰੈਣ ਦਾਸ ਦੀ ਬੇਟੀ, ਭਾਈ ਪਾਰੋ ਦੀ ਪੜਪੋਤਰੀ, ਭਾਈ ਸਾਈਂ ਦਾਸ ਦੀ ਘਰਵਾਲੀ। ਰਾਮੋ ਦਾ ਪਤੀ ਸੀ ਸਾਈਂ ਦਾਸ, ਗੁਰੂ ਹਰਗੋਬਿੰਦ ਸਾਹਿਬ ਦਾ ਸਾਂਢੂ ਸੀ, ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ। ਦੋਵੇਂ ਪਤੀ ਪਤਨੀ ਗੁਰੂ ਦੇ ਭਗਤ ਸਨ। ਹਾਂਜੀ। ਕਿਤਕ ਸਮੈ ਬਾਸੇ ਗੁਰ ਪਾਸ। ਭਾਈ ਸਾਹਿਬ ਸਾਈਂ ਦਾਸ ਜੀ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਰਾਮੋ ਜੀ ਕੁਝ ਸਮਾਂ ਮਹਾਰਾਜ ਦੇ ਕੋਲ ਰਹੇ ਹਨ। ਸੋ ਭੀ ਵਿਦਾ ਕਰੇ ਜਿਸ ਕਾਲ। ਉਹਨਾਂ ਨੇ ਆਗਿਆ ਮੰਗੀ ਤੇ ਮਹਾਰਾਜ ਨੇ ਆਖਿਆ ਭਾਈ ਸਾਹਿਬ ਤੁਸੀਂ ਆਪਣੇ ਪਿੰਡ ਜਾਓ। ਉਹਨਾਂ ਨੂੰ ਆਗਿਆ ਦੇ ਕੇ ਵਿਦਾ ਕਰ ਦਿੱਤਾ। ਵਿਛੁਰਤ ਸੰਕਟ ਲਹਿਓ ਵਿਸਾਲ। ਆਹਾ, ਭਾਈ ਸਾਈਂ ਦਾਸ ਗੁਰੂ ਸਾਹਿਬ ਇੰਨਾ ਪ੍ਰੇਮ ਕਰਦੇ ਸਨ, ਹਾਲਾਂਕਿ ਰਿਸ਼ਤੇ 'ਚ ਵੱਡੇ ਸਾਂਢੂ ਸਨ ਮਹਾਰਾਜ ਦੇ, ਪਰ ਉਹ ਕਦੀ ਖਿਆਲ ਨਹੀਂ ਸੀ ਆਇਆ ਰਿਸ਼ਤੇ ਵਾਲਾ, ਭੁੱਲੇ ਉਹ ਤਾਂ ਭੁਲਾਇਆ ਹੋਇਆ ਸੀਗਾ, ਉਹ ਤਾਂ ਗੱਲ ਹੀ ਨਹੀਂ ਸੀ। ਮਹਾਰਾਜ ਨੂੰ ਵਿਛੜਨ ਲੱਗੇ ਤੇ ਰੋਣ ਲੱਗ ਪਏ। ਬੜਾ ਮਨ ਨੂੰ ਬੈਰਾਗ ਆਇਆ ਵੀ ਮਹਾਰਾਜ ਹੁਣ ਫਿਰ ਕਦੋਂ ਦਰਸ਼ਨ ਹੋਣਗੇ, ਕਦੋਂ ਚਰਨ ਪਰਸਾਂਗੇ ਸਤਿਗੁਰੂ ਜੀ ਆਪ ਜੀ ਦੇ। ਹਾਂਜੀ। ਕਰੇ ਸਪਰਸ਼ ਚਰਨ ਅਰਬਿੰਦ। ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਸਿਰ ਧਰ ਕੇ ਨਾ ਭਾਈ ਸਾਈਂ ਦਾਸ ਜੀ ਸਿਰ ਚੁੱਕਦੇ ਹੀ ਨਹੀਂ, ਕਹਿੰਦੇ ਧੰਨ ਸਤਿਗੁਰੂ ਮੇਰੇ ਵਰਗੇ ਗਰੀਬ ਨੂੰ ਆਪਣੇ ਚਰਨਾਂ 'ਚ ਹੀ ਰੱਖੋ। ਧੀਰਜ ਦੇ ਸ੍ਰੀ ਹਰਗੋਬਿੰਦ। ਭਾਈ ਸਾਈਂ ਦਾਸ ਜੀ ਦਾ ਪ੍ਰੇਮ ਦੇ ਕੇ ਮਾਰੇ ਹੌਸਲਾ ਦਿੰਦੇ ਗੁਰੂ ਹਰਗੋਬਿੰਦ ਸਾਹਿਬ ਧੀਰਜ ਦਿੰਦੇ ਹਨ। ਗਏ ਡਰੋਲੀ ਕੋ ਸੁਖ ਬਾਸੇ। ਤੇ ਭਾਈ ਸਾਹਿਬ ਜੀ ਆਗਿਆ ਲੈ ਕੇ ਬੀਬੀ ਰਾਮੋ ਤੇ ਭਾਈ ਸਾਈਂ ਦਾਸ ਡਰੌਲੀ ਚਲੇ ਗਏ। ਮੋਗੇ ਦੇ ਨਾਲ ਹੀ ਪਿੰਡ ਹੈ ਡਰੌਲੀ ਭਾਈ ਕੀ, ਬੜਾ ਮਹਾਨ ਨਗਰ ਹੈ। ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਉੱਥੇ ਫੌਜਾਂ ਸਮੇਤ ਚਰਨ ਪਾਏ। ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਉਹਨਾਂ ਮਹਾਂਪੁਰਸ਼ਾਂ ਦਾ ਜਨਮ ਸਥਾਨ ਡਰੌਲੀ ਹੈ। ਭਾਈ ਸਾਈਂ ਦਾਸ ਨੇ ਮਕਾਨ ਬਣਾਇਆ ਸੀ ਤੇ ਤਾਲਾ ਲਾਤਾ ਸੀ ਨਵੇਂ ਮਕਾਨ ਨੂੰ, ਕਿ ਜਦੋਂ ਮਹਾਰਾਜ ਆਉਣਗੇ ਉਹ ਆਪਣੇ ਹੱਥੀਂ ਤਾਲਾ ਖੋਲਣਗੇ, ਕੋਈ ਦੂਜਾ ਬੰਦਾ ਉਹਨਾਂ ਤੋਂ ਪਹਿਲਾਂ ਨਵੇਂ ਮਕਾਨ 'ਚ ਨਹੀਂ ਵੜ ਸਕਦਾ। ਕਹਿੰਦੇ ਮਿਸਤਰੀਆਂ ਨੂੰ ਪਹਿਲਾਂ ਹੀ ਕਹਿ ਤਾ ਵੀ ਜੋ ਕੁਝ ਕਰਨਾ ਇੱਕੋ ਵਾਰੀ ਕਰ ਲਓ, ਮੈਂ ਦੁਬਾਰਾ ਚਾਬੀ ਨਹੀਂ ਦੇਣੀ। ਉਹ ਮਿਸਤਰੀਆਂ ਨੇ ਜਦੋਂ ਸਾਰਾ ਕੰਮ ਓਕੇ ਕਰਤਾ ਤੇ ਭਾਈ ਸਾਹਿਬ ਨੂੰ ਕਿਹਾ ਵੀ ਹੁਣ ਮਕਾਨ ਤਿਆਰ ਹੈ, ਤਾਲਾ ਲਾਤਾ। ਰਾਮੋ ਕਹਿੰਦੀ ਜੀ ਆਪਾਂ ਨਵੇਂ ਮਕਾਨ 'ਚ ਰਹਿਣਾ। ਕਹਿੰਦੇ ਨਹੀਂ, ਜਿਹੜੇ ਮਾਲਕ ਪਹਿਲਾਂ ਆਉਣਗੇ ਚਰਨ ਪਾਉਣਗੇ ਫੇਰ ਆਪਾਂ। ਛੇਵੇਂ ਪਾਤਸ਼ਾਹ ਸਣੇ ਫੌਜਾਂ 2800 ਘੋੜ ਸਵਾਰ ਲੈ ਕੇ ਮਾਤਾ ਗੰਗਾ ਜੀ, ਉਦੋਂ ਮਾਤਾ ਦਮੋਦਰੀ ਜੀ ਦੇ ਪੇਟ ਵਿੱਚ ਬਾਬਾ ਜੀ ਗੁਰਦਿੱਤਾ ਜੀ ਨਿਵਾਸ ਕਰ ਚੁੱਕੇ ਸਨ, ਜਨਮ ਨਹੀਂ ਸੀ ਹੋਇਆ। ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਗੰਗਾ ਜੀ, ਸਾਰਾ ਪਰਿਵਾਰ ਡਰੌਲੀ ਪਹੁੰਚ ਗਏ। ਮਹਾਰਾਜ ਉਸ ਨਵੇਂ ਮਕਾਨ 'ਚ ਚਰਨ ਪਾ ਕੇ ਉੱਥੇ ਰਹਿ ਕੇ ਆਪਣਾ ਪਰਿਵਾਰ ਉੱਥੇ ਛੱਡ ਕੇ ਆਪ ਸੱਚੇ ਪਾਤਸ਼ਾਹ ਜੀ ਗਏ ਸਨ ਗੁਰਦੁਆਰਾ ਨਾਨਕ ਮਤਾ, ਨੈਣੀਤਾਲ, ਪੀੜੀ ਭੀਤ, ਯੂਪੀ ਦਾ ਇਲਾਕਾ, ਬਾਬਾ ਅਲਮਸਤ ਜੀ ਨੂੰ ਦਰਸ਼ਨ ਦੇਣ ਵਾਸਤੇ। ਪਿੱਛੋਂ ਮਹਾਰਾਜ ਦੇ ਸਾਹਿਬਜ਼ਾਦੇ ਦਾ ਜਨਮ ਹੋਇਆ ਸੀ ਬਾਬੇ ਗੁਰਦਿੱਤੇ ਜੀ ਦਾ ਉਸ ਮਕਾਨ ਵਿੱਚ। ਅੱਜ ਵੀ ਉਹ ਮਕਾਨ ਮੌਜੂਦ ਹੈ। ਕਾਰ ਸੇਵਾ ਵਾਲੇ ਬਾਬੇ ਢਾਣ ਲੱਗੇ ਸੀ ਪਰ ਸੰਗਤ ਨੇ ਢਾਣ ਨਹੀਂ ਦਿੱਤਾ। ਉਹ ਮਕਾਨ ਦੇ ਦਰਸ਼ਨ ਕਰੋ ਜਾ ਕੇ, ਡਰੌਲੀ ਪਿੰਡ, ਜਿਹਦੇ 'ਚ ਮਹਾਰਾਜ ਦੀ ਛੂਹ ਅਜੇ ਵੀ ਪ੍ਰਾਪਤ ਹੈ ਗੁਰੂ ਹਰਗੋਬਿੰਦ ਸਾਹਿਬ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ ਦਾ ਸਿੱਖ ਭਾਈ ਸਾਈਂ ਦਾਸ ਡਰੌਲੀ ਵਾਲਾ ਵਾਪਸ ਚਲਾ ਗਿਆ। ਸਿਮਰਤ ਰਹਿਤ ਗੁਰੂ ਸੁਖ ਰਾਸੇ। ਮਹਾਰਾਜ ਛੇਵੇਂ ਪਾਤਸ਼ਾਹ ਨੂੰ ਯਾਦ ਕਰਦੇ ਰਹਿੰਦੇ ਹਰ ਵੇਲੇ। ਭਾਈ ਸਾਈਂ ਦਾਸ ਦਾ ਸਵਾਸ ਗੁਰੂ ਹਰਗੋਬਿੰਦ ਸਾਹਿਬ ਦੇ ਸਿਮਰਨ ਵਿੱਚ ਹੀ ਲੰਘਦਾ ਸੀ। ਕੋਈ ਸਕਿੰਟ ਨਹੀਂ ਸੀ ਜਦੋਂ ਭਾਈ ਸਾਈਂ ਦਾਸ ਨੂੰ ਮਹਾਰਾਜ ਯਾਦ ਨਹੀਂ ਆਉਂਦੇ। ਹਾਂਜੀ। ਕੀਤਕ ਦਿਨ ਬਿਤਾਏ ਸੋ ਘਰ ਮੈਂ। ਉਸ ਘਰ ਦੇ ਵਿੱਚ ਕੁਝ ਸਮਾਂ ਬਤੀਤ ਕਰਕੇ ਭਇਓ ਪ੍ਰਸੂਤ ਨਾਨਕੀ ਸਮੈ। ਇੱਧਰ ਸਾਧ ਸੰਗਤ ਜੀ ਮਹਾਰਾਜ ਅੰਮ੍ਰਿਤਸਰ 'ਚ ਠਹਿਰੇ ਨੇ ਤੇ ਮਹਾਰਾਜ ਦੀ ਧਰਮ ਪਤਨੀ ਪੂਜਨੀਕ ਮਾਤਾ ਨਾਨਕੀ ਜੀ ਦੇ ਪ੍ਰਸੂਤ ਦਾ ਸਮਾਂ, ਸਾਹਿਬਜ਼ਾਦੇ ਦੇ ਜਨਮ ਦਾ ਸਮਾਂ ਆ ਗਿਆ। ਮਾਸ ਵਿਸਾਖ ਹੋਤੋ ਅਬਿਰਾਮ। ਬੜਾ ਸੋਹਣਾ ਮਹੀਨਾ ਸੀ ਵਿਸਾਖ ਦਾ।
ਵਿਸਾਖੀ ਤੋਂ ਕੁਝ ਦਿਨ ਬਾਅਦ ਰਹੀ ਜਾਮਨੀ ਸਵਾ ਸੋ ਜਾਮ। ਸਵਾ ਪਹਿਰ ਰਾਤ ਰਹਿੰਦੀ ਦਾ ਸਮਾਂ ਸੀ। ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਅਵਤਾਰੀ ਪੁਰਸ਼ ਆਉਂਦੇ ਆ। 2 ਵਜੇ 2:30 ਵਜੇ ਜਿੰਨੇ ਵੀ ਗੁਰੂ ਮਹਾਰਾਜ ਦੇ ਅਵਤਾਰ ਹੋਏ ਨੇ, ਹੋਰ ਪੁਰਾਣੇ ਸਮੇਂ ਮਹਾਂਪੁਰਸ਼ ਹੋਏ ਨੇ, 2 ਵਜੇ ਦਾ ਜਨਮ ਹੁੰਦਾ ਸੀ। ਇਹ ਮਾਤਾ ਨਾਨਕੀ ਦੀ ਕੁੱਖ ਨੂੰ ਭਾਗ ਲੱਗੇ ਨੇ। ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ 1669 ਸਾਲ 1678 69 79 ਸਾਲਾ ਸਾਹਿਬ 69 ਤੇ 1621 ਈਸਵੀ। ਹਾਂਜੀ। ਬਦੀ ਪੰਚਮੀ ਥਿਤ ਤਿਸ ਕਾਲ। ਤੇ ਵਿਸਾਖ ਬਦੀ ਪੰਚਮੀ ਦਿਹਾੜਾ ਸੀ। ਸੇਬਿਆ ਮਾਨ ਸਭਿਆ ਮਾਨ ਧਿਆਨ ਤੇ ਹੋਏ। ਸੇਬਿਆ ਮਾਨ ਧਾਨ ਤੇ ਹੋਏ। ਦਾਈਆਂ ਸੇਵਾ ਕਰ ਰਹੀਆਂ ਸਨ ਮਾਤਾ ਨਾਨਕੀ ਜੀ ਦੀ। ਦਾਸੀ ਦਾਸ ਹਰਕ ਸਭ ਕੋਏ। ਸਾਰੇ ਮਹਿਲਾਂ 'ਚ ਖੁਸ਼ੀ ਸੀ, ਅੱਜ ਸਾਹਿਬਜ਼ਾਦੇ ਦਾ ਬੱਚੇ ਦਾ ਜਨਮ ਹੋਣਾ ਹੈ। ਬਾਲਕ ਜਨਮਿਓ ਭਇਓ ਆਨੰਦ। ਅੰਮ੍ਰਿਤ ਵੇਲੇ 2 ਵਜੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਬੱਚੇ ਦਾ ਜਨਮ ਹੋਇਆ। ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ। ਰਖਬੇ ਹਿਤ ਜਗ ਬੀਰਜ ਹਿੰਦ। ਇਹ ਕੌਣ ਸੀ? ਇਹ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਸਨ। ਇਸ ਹਿੰਦੁਸਤਾਨ ਦੀ, ਇਸ ਧਰਮ ਦੀ, ਇਸ ਸੰਸਾਰ ਦੀ ਮਰਜ਼ਾਦਾ ਨੂੰ ਕਾਇਮ ਰੱਖਣ ਵਾਲੇ ਸਨ। ਅੱਜ ਹਿੰਦੂ ਧਰਮ ਦਾ ਬੀਜ ਦੁਨੀਆ ਤੇ ਨਜ਼ਰ ਆਉਂਦਾ, ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਰਕੇ ਹੈ। ਹਾਂਜੀ। ਜਿਨ ਕੀ ਸਮ ਜਗ ਭਇਓ ਨਾ ਕੋਏ। ਜਿਨ੍ਹਾਂ ਵਰਗਾ ਸੰਸਾਰ ਤੇ ਕੋਈ ਮਹਾਂਪੁਰਸ਼ ਨਹੀਂ ਹੋਇਆ। ਪਹਿਲਾਂ ਵੀ ਹੋਏ ਹੋਣਗੇ, ਬਾਅਦ 'ਚ ਵੀ ਬੜੇ ਮਹਾਂਪੁਰਸ਼ ਹੋਏ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਕੋਈ ਨਹੀਂ ਹੋਇਆ। ਹਾਂਜੀ। ਪਰਹਿਤ ਸੀਸ ਦਿਓ ਜਿਨ ਜੋਏ। ਜਿਨ੍ਹਾਂ ਨੇ ਪਰਾਇਆਂ ਵਾਸਤੇ, ਦੂਜਿਆਂ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਹਿੰਦੂ ਧਰਮ ਦੇ ਕਸ਼ਮੀਰੀ ਪੰਡਤ ਜਦੋਂ ਮਹਾਰਾਜ ਕੋਲ ਆਪਣੀ ਬੋਧੀ ਟਿੱਕਾ ਲੈ ਕੇ ਆਏ ਨੇ ਤੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਧਰਮ ਦੀ ਬਾਂਹ ਫੜੋ, ਸਾਡੀ ਲਾਜ ਰੱਖੋ, ਬਾਂਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਉਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਂਹ ਫੜੀ ਸੀ। ਭਾ ਮੰਗਲ ਦੇਵਨ ਮਹਿ ਘਨੋ। ਉਸ ਵੇਲੇ ਸਾਧ ਸੰਗਤ ਜੀ ਦੇਵ ਲੋਕ ਦੇ ਵਿੱਚ ਵੀ ਖੁਸ਼ੀਆਂ ਮਨਾਈ। ਇਹ ਧਰਤੀ ਤੇ ਤਾਂ ਖੁਸ਼ੀ ਹੋਈ, ਇੱਥੇ ਤੇ ਸੰਗਤਾਂ ਨੂੰ ਖੁਸ਼ੀ ਹੋਈ ਵੀ ਮਹਾਰਾਜ ਦੇ ਘਰ ਸਾਹਿਬਜ਼ਾਦਾ ਹੋਇਆ। ਵਧਾਈਆਂ ਹੀ ਵਧਾਈਆਂ ਹੋ ਗਈਆਂ। ਪਰ ਉੱਤੇ ਜਿਹੜੇ ਦੇਵਤੇ ਸਨ, ਦੇਵਲੋਕ ਦੇ ਵਿੱਚ ਦੇਵਤੇ ਵੀ ਖੁਸ਼ੀ ਮਨਾ ਰਹੇ। ਫੁੱਲਾਂ ਦੀ ਵਰਖਾ ਹੋ ਰਹੀ ਆਕਾਸ਼ ਤੋਂ। ਪਿਨਸਤ ਧਰਮ ਰਾਖ ਹੈ ਭਨੋ। ਖੁਸ਼ ਹਨ ਸਾਰੀ ਸ੍ਰਿਸ਼ਟੀ ਦੇ ਦੇਵੀ ਦੇਵਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਧਰਮ ਦੀ ਰਾਖੀ ਕਰਨਗੇ, ਇਹ ਧਰਮ ਨੂੰ ਬਚਾ ਲੈਣਗੇ। ਸੁਰ ਸਭ ਆਏ ਸਦਨ ਸੋ ਪੂਜਾ। ਸਾਧ ਸੰਗਤ ਜੀ ਉਸ ਘਰ ਦੀ ਪੂਜਾ ਕਰਨ ਲਈ ਦੇਵਤੇ ਆਏ ਨੇ 33 ਕਰੋੜ। ਫੁੱਲਾਂ ਦੀ ਵਰਖਾ ਕਰਦੇ ਨੇ। ਕਈ ਅੱਜ ਮੇਰੇ ਭਰਾਵਾਂ ਨੂੰ ਇਹ ਸੁਣਦਿਆਂ ਸਾਰ ਬੜਾ ਅਚੰਭਾ ਹੋ ਜਾਣਾ ਵੀ ਦੇਵਤੇ ਕਿੱਥੋਂ ਆ ਗਏ। ਰੋਜ਼ ਪੜ੍ਹਦੇ ਵੀ ਨੇ, ਗਾਵਣ ਤਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਹੇ ਮੇਰੇ ਸਤਿਗੁਰੂ, ਸਭ ਦੇਵੀ ਦੇਵਤੇ ਤੇਰਾ ਜਸ ਗਾ ਰਹੇ ਨੇ। ਕੁੱਲ ਸ੍ਰਿਸ਼ਟੀ, ਸਾਰਾ ਸੰਸਾਰ ਤੇਰੀ ਸੇਵਾ ਕਰ ਰਿਹਾ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਇਉਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ। ਹਾਂਜੀ। ਕਰਹਿ ਸੁਤਤ ਇਨ ਸਮ ਨਹਿ ਦੂਜਾ। ਦੇਵਤੇ ਵੀ ਉਸਤਤ ਕਰਦੇ ਨੇ, ਕਹਿੰਦੇ ਦੁਨੀਆ ਦੇ ਬੜੇ ਬੜੇ ਮਹਾਂਪੁਰਸ਼ ਗਏ ਨੇ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਕੋਈ ਨਹੀਂ ਹੈ। ਹਾਂਜੀ। ਚੰਦਨ ਚਰਚ ਹੈ ਫੂਲ ਚੜਾਵੈ। ਫੁੱਲਾਂ ਦੀ ਵਰਖਾ ਕਰਦੇ ਨੇ, ਚੰਦਨ ਦਾ ਛਿੜਕਾਅ ਕਰਦੇ ਨੇ। ਧੰਨ ਗੁਰੂ ਘਰ ਕਹਿ ਹਰ ਖਾਵੈ। ਕਹਿੰਦੇ ਗੁਰੂ ਮਹਾਰਾਜ ਦਾ ਘਰ ਧੰਨ ਹੈ। ਗੁਰੂ ਹਰਗੋਬਿੰਦ ਸਾਹਿਬ ਧੰਨ ਹਨ। ਮਾਤਾ ਨਾਨਕੀ ਜੀ ਧੰਨ ਹਨ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਉਹ ਮਾਂ ਵੀ ਧੰਨ ਹੈ, ਉਹ ਪਿਤਾ ਵੀ ਧੰਨ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਨਮ ਦਿੱਤਾ ਹੈ। ਹਾਂਜੀ। ਭਈ ਭੋਰ ਜਹ ਕਹਿ ਸੁਧ ਹੋਈ। ਜਦੋਂ ਦਿਨ ਚੜਿਆ
ਸਾਰੇ ਸ਼ਹਿਰ ਵਿੱਚ ਖਬਰ ਫੈਲ ਗਈ। ਗੁਰੂ ਵਧਾਈ ਦੇ ਸਭ ਕੋਈ। ਸਭ ਸੰਗਤਾਂ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਵਧਾਈਆਂ ਦੇਣ ਲੱਗ ਪਈਆਂ। ਬਹੁ ਮੰਗਲ ਕੇ ਬਾਦਤ ਬਾਜੇ। ਗੁਰੂ ਘਰ ਦੇ ਵਿੱਚ ਵਾਜੇ ਗਾਜੇ ਵੱਜਣ ਲੱਗੇ, ਖੁਸ਼ੀਆਂ ਦੇ ਵਾਜੇ ਵੱਜਣ ਲੱਗੇ, ਨੌਬਤਾਂ ਵੱਜਣ ਲੱਗੀਆਂ। ਬੰਧਨ ਵਾਰੈ ਦਵਾਰ ਨ ਸਾਜੇ। ਬੜੇ ਬੜੇ ਸੋਹਣੇ ਫੁੱਲਾਂ ਦੀਆਂ ਲੜੀਆਂ ਹਰਿਮੰਦਰ ਸਾਹਿਬ ਚ ਲਾਈਆਂ ਗਈਆਂ। ਦਰਸ਼ਨੀ ਡਿਓਢੀ ਦੇ ਉੱਤੇ ਫੁੱਲ ਲਾਏ ਗਏ। ਗੁਰੂ ਘਰ ਦੇ ਵਿੱਚ ਫੁੱਲਾਂ ਦੀ ਲੜੀ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਰੌਣਕ ਲੱਗੀ। ਥਾਂ ਥਾਂ ਦੇ ਦੀਵਾਨ ਸਜੇ, ਕੀਰਤਨ ਹੋਇਆ। ਮੰਗਤ ਜਨ ਕੋ ਧਨ ਗਨ ਦੀਨੋ। ਤੇ ਸਾਧ ਸੰਗਤ ਜੀ ਮੰਗਤਿਆਂ ਨੂੰ ਮਾਤਾ ਜੀ ਨੇ ਬਹੁਤ ਧਨ ਕੱਫੇ ਖੁੱਲੇ ਵਰਤਾਏ ਹਨ। ਨਗਰ ਆਨੰਦ ਨਾਰ ਨਰ ਕੀਨੋ। ਨਗਰ ਦੇ ਇਸਤਰੀ ਪੁਰਸ਼ ਸਭ ਖੁਸ਼ੀ ਮਨਾਉਂਦੇ ਹਨ। ਬਾਂਦੇ ਟੋਲ ਨਾਗਰੀ ਸੁੰਦਰ। ਟੋਲੇ ਬਨ ਬਨ ਜਥੇ ਬਨ ਬਨ ਕੇ ਬੀਬੀਆਂ ਆ ਰਹੀਆਂ ਨੇ। ਚਲ ਪ੍ਰਵਸ਼ੀ ਸਤਿਗੁਰ ਕੇ ਮੰਦਰ। ਔਰ ਮਾਤਾ ਜੀ ਮਾਤਾ ਨਾਨਕੀ ਜੀ ਦੇ ਦਰਸ਼ਨ ਕਰਦੀਆਂ ਤੇ ਵਧਾਈਆਂ ਦਿੰਦੀਆਂ ਹਨ। ਬਸਨ ਬਿਭੂਖਨ ਧਰ ਧਰ ਆਛੇ। ਬੜੇ ਸੋਹਣੇ ਕੱਪੜੇ ਗਹਿਣੇ ਪਾ ਕੇ ਆਈਆਂ ਮਾਈਆਂ। ਗਾਵ ਹੈ ਗੀਤਨ ਆਗੇ ਪਾਛੇ। ਖੁਸ਼ੀ ਦੇ ਗੀਤ ਗਾਉਂਦੀਆਂ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਭਾਵੈ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਇਸ ਤਰ੍ਹਾਂ ਬੀਬੀਆਂ ਸ਼ਬਦ ਪੜ੍ਹਦੀਆਂ ਤੇ ਗੁਰੂ ਸਾਹਿਬ ਨੂੰ ਮਾਤਾ ਨਾਨਕੀ ਜੀ ਨੂੰ ਵਧਾਈਆਂ ਦਿੰਦੀਆਂ ਹਨ। ਸਭ ਕੁਲ ਰੀਤ ਕਰੀ ਜੋ ਲਹੀ। ਜੋ ਗੁਰੂ ਘਰ ਦੀ ਮਰਜ਼ਾਦਾ ਸੀ ਸਾਰੀ ਕੀਤੀ ਗਈ। ਮਿਲ ਮਿਲ ਸਭਨ ਵਧਾਈ ਕਹੀ। ਸਭ ਨੇ ਵਧਾਈਆਂ ਦਿੱਤੀਆਂ। ਸ੍ਰੀ ਸਤਿਗੁਰ ਤਬ ਹਿਰਦੇ ਵਿਚਾਰਾ। ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਆਉਣ ਵਾਲਾ ਸਮਾਂ ਮਨ ਵਿੱਚ ਵਿਚਾਰ ਕੇ ਇਸ ਕੇ ਉਪਜ ਹੈ ਬਲੀ ਉਦਾਰਾ। ਇਹ ਜਿਹੜਾ ਸਾਡਾ ਪੁੱਤਰ ਜੰਮਿਆ ਹੈ, ਮਹਾਰਾਜ ਕਹਿੰਦੇ ਜਦੋਂ ਗੁਰੂ ਕੇ ਮਹਿਲਾਂ 'ਚ ਗਏ ਤੇ ਦਾਸੀ ਨੇ ਸਾਹਿਬਜ਼ਾਦਾ ਗੋਦੀ 'ਚ ਦਿੱਤਾ ਨਾ, ਦੁਸ਼ਾਲੇ 'ਚ ਲਪੇਟ ਕੇ, ਤੇ ਭਾਈ ਬਿਧੀ ਚੰਦ ਭਾਈ ਜੇਠਾ ਵਰਗੇ ਸਿੱਖ ਨਾਲ ਸੀ ਤੇ ਮਹਾਰਾਜ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੱਥ ਜੋੜ ਕੇ। ਤੇ ਭਾਈ ਜੇਠੇ ਨੇ ਬਿਧੀ ਚੰਦ ਨੇ ਪੁੱਛਿਆ, ਮਹਾਰਾਜ ਬੱਚਾ ਤਾਂ ਜੇ ਇੱਕੋ ਦਿਨ ਦਾ ਤੇ ਤੁਸੀਂ ਇਹਨੂੰ ਨਮਸਕਾਰ ਕਿਉਂ ਕਰ ਦਿੱਤੀ? ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਜੀ, ਇਹ ਬੱਚਾ ਉਹ ਕੰਮ ਕਰੇਗਾ ਜਿਹੜਾ ਸੰਸਾਰ ਤੇ ਕੋਈ ਕਰ ਹੀ ਨਹੀਂ ਸਕਿਆ। ਇਹ ਧਰਮ ਦੀ ਰਾਖੀ ਕਰੇਗਾ ਤੇ ਆਪਣੇ ਸੀਸ ਦਾ ਬਲੀਦਾਨ ਦੇਵੇਗਾ। ਇਹ ਮਹਾ ਤੇਜ ਪ੍ਰਤਾਪ ਵਾਲਾ ਹੋਵੇਗਾ। ਪਹਿਲਾ ਨਾਮ ਤਿਆਗਮਲ ਰੱਖਿਆ ਕਿਉਂਕਿ ਤਿਆਗੀ ਹੋਵੇਗਾ। ਫਿਰ ਇਹਦਾ ਨਾਮ ਤੇਗ ਬਹਾਦਰ ਰੱਖਿਆ ਕਿਉਂਕਿ ਤੇਗ ਦਾ ਧਨੀ ਹੋਵੇਗਾ। ਹਾਂਜੀ, ਰਣ ਬਹਾਦਰੀ ਕਰਹਿ ਵਡੇਰੀ। ਇਹਨਾਂ ਨੇ ਜੰਗ ਦੇ ਮੈਦਾਨ ਵਿੱਚ ਵੀ ਤੇਗਾਂ ਮਾਰਨੀ। ਇਹਨਾਂ ਦਾ ਪੁੱਤਰ ਜਿਹੜਾ ਹੋਵੇਗਾ ਨਾ, ਅੱਗੋਂ ਸਾਡਾ ਪੋਤਰਾ, ਉਹ ਤੇਗ ਬਹਾਦਰ ਦੇ ਘਰ ਜਿਹੜਾ ਜੰਮੇਗਾ, ਉਹ ਤਾਂ ਜੰਗ ਦੇ ਵਿੱਚ ਦੁਨੀਆ ਦਾ ਸ਼ਾਹ ਸਵਾਰ, ਉਹਦੇ ਨਾਲ ਦਾ ਕੋਈ ਸੂਰਮਾ ਨਹੀਂ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਿਹੜਾ ਸਾਡਾ ਪੋਤਰਾ ਹੋਵੇਗਾ, ਤੇਗ ਬਹਾਦਰ ਦੇ ਘਰ ਜਨਮ ਲਏਗਾ, ਉਹ ਤਾਂ ਦੁਨੀਆ ਦੇ ਵਿੱਚ ਆਪਣੀ ਮਿਸਾਲ ਹੋਵੇਗਾ। ਉਹਦੇ ਨਾਲ ਦਾ ਕੋਈ ਸੂਰਮਾ ਨਾ ਹੋਵੇਗਾ, ਨਾ ਅੱਗੇ ਹੋਇਆ। ਹਾਂਜੀ, ਇਹ ਨਿਰਭੈ ਜਰ ਤੁਰਕ ਉਖੇਰੀ। ਇਹ ਤੁਰਕਾਂ ਦੀਆਂ ਜੜ੍ਹਾਂ ਪੁੱਟਣਗੇ ਜ਼ਾਲਮਾਂ ਦੀਆਂ, ਇਹੋ ਜਿਹੇ ਸੂਰਮੇ ਹਨ। ਸੁਤ ਬਹਾਦਰੀ ਤੇਗ ਕਰੇ ਹੈ। ਇਹਦਾ ਪੁੱਤਰ ਵੀ ਤੇਗ ਦਾ ਬਹਾਦਰ ਹੋਵੇਗਾ, ਤੇਗ ਦਾ ਧਨੀ ਹੋਵੇਗਾ। ਛਤਰ ਬ੍ਰਿੰਦ ਕੋ ਜੰਗ ਖਪੈ ਹੈ। ਜੰਗ ਦੇ ਵਿੱਚ ਵੈਰੀਆਂ ਦੇ ਦੰਦ ਖੱਟੇ ਕਰ ਦੇਗਾ, ਖਪਾ ਸੁੱਟੇਗਾ ਜ਼ਾਲਮਾਂ ਨੂੰ। ਜਾਂ ਤੇ ਤੇਗ ਬਹਾਦਰ ਨਾਮ। ਇਸ ਕਰਕੇ ਇਹਦਾ ਨਾਮ ਤੇਗ ਬਹਾਦਰ ਰੱਖਿਆ ਜਾਵੇ। ਧਰਿਓ ਵਿਚਾਰ ਗੁਰੂ ਅਭਿਰਾਮ। ਮਹਾਰਾਜ ਨੇ ਵਿਚਾਰ ਕੇ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਨੇ ਤੇਗ ਬਹਾਦਰ ਰੱਖਿਆ ਸੀ। ਸੁਨਤ ਨਾਨਕੀ ਹਰਖਤ ਹੋਈ। ਮਾਤਾ ਨਾਨਕੀ ਜੀ ਬੜੇ ਪ੍ਰਸੰਨ ਹੋਏ ਹਨ। ਕਰਤ ਪ੍ਰੇਮ ਮੁਖ ਸੁਤ ਕੋ ਜੋਈ। ਆਪਣੇ ਪਿਆਰੇ ਪੁੱਤਰ ਤੇਗ ਬਹਾਦਰ ਦਾ ਮੁਖ ਵੇਖ ਵੇਖ ਮਾਤਾ ਖੁਸ਼ ਹੁੰਦੀ ਹੈ। ਇਸ ਪ੍ਰਕਾਰ ਗਣ ਮੰਡਲ ਭਏ। ਇਸ ਤਰ੍ਹਾਂ ਬੜੇ ਖੁਸ਼ੀ ਦੇ ਸਮਾਗਮ ਹੋਏ ਨੇ ਸਾਧ ਸੰਗਤ ਜੀ। ਪੰਜ ਪੁੱਤਰ ਸਭ ਗੁਰੂ ਨਿਪ ਜਾਏ। 5 ਸਾਹਿਬਜ਼ਾਦੇ ਹੋਏ ਨੇ ਮਹਾਰਾਜ ਦੇ, ਗੁਰੂ ਹਰਗੋਬਿੰਦ ਸਾਹਿਬ ਦੇ। ਇੱਕ ਬੇਟੀ ਹੋਈ ਹੈ। 6 ਬੱਚੇ ਸਨ। ਵੱਡੇ ਸਨ ਬਾਬਾ ਗੁਰਦਿੱਤਾ ਜੀ, ਮਾਤਾ ਦਮੋਦਰੀ ਜੀ ਦੇ ਕੁੱਖ ਤੋਂ
ਤੇ ਉਹਨਾਂ ਦੀ ਕੁੱਖ ਤੋਂ ਹੀ ਬੀਬੀ ਬੀਰੋ ਜੀ ਹੋਏ, ਯਾਨੀ ਭੈਣ ਭਰਾ ਜਿਹੜੇ ਸਨ ਸਕੇ ਮਾਂ ਪਿਓ, ਉਹ ਤਾਂ ਬਾਬਾ ਗੁਰਦਿੱਤਾ ਜੀ ਤੇ ਬੀਬੀ ਬੀਰੋ ਜੀ ਮਾਤਾ ਦਮੋਦਰੀ ਦੀ ਸੰਤਾਨ ਸਨ। ਗੁਰੂ ਸਾਹਿਬ ਦੇ ਦੂਸਰੇ ਪੁੱਤਰ ਸਨ ਬਾਬਾ ਸੂਰਜਮਲ ਜੀ, ਜੋ ਮਾਤਾ ਮਹਾਂਦੇਵੀ ਜੀ ਦੇ ਪੇਟ ਤੋਂ ਜਨਮ ਲਿਆ। ਤੀਸਰੇ ਪੁੱਤਰ ਸਨ ਬਾਬਾ ਅਣੀ ਰਾਏ ਜੀ, ਚੌਥੇ ਸਨ ਬਾਬਾ ਅਟਲ ਰਾਏ ਜੀ ਤੇ ਪੰਜਵੇਂ ਪੁੱਤਰ ਸਨ ਗੁਰੂ ਤੇਗ ਬਹਾਦਰ ਜੀ। ਇਹ ਤਿੰਨਾਂ ਭਾਈਆਂ ਦਾ ਜਨਮ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਹੋਇਆ। ਬਾਬਾ ਅਣੀ ਰਾਏ, ਬਾਬਾ ਅਟਲ ਰਾਏ ਤੇ ਬਾਬਾ ਤੇਗ ਬਹਾਦਰ, ਇਹ ਤਿੰਨ ਪੁੱਤਰ ਜਿਹੜੇ ਸਨ ਮਾਤਾ ਨਾਨਕੀ ਜੀ ਦੀ ਕੁੱਖ ਤੋਂ। ਇਸ ਤਰ੍ਹਾਂ ਗੁਰੂ ਸਾਹਿਬ ਦੀ ਅੰਸ਼ ਬੰਸ 6ਵੇਂ ਪਾਤਸ਼ਾਹ ਦੀ ਹੋਈ ਹੈ। ਉਹਨਾਂ ਦੀ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ।